ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਮੁੰਬਈ, ਅਤੇ ਮੁੰਬਈ ਦੇ ਵਿੱਚ ਅੱਜ ਤੁਹਾਡੀ ਗੱਲਬਾਤ ਅਸੀਂ ਕਰਾਂਗੇ ਭੁਪਿੰਦਰ ਸਿੰਘ ਕੋਹਲੀ ਜੀ ਨਾਲ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨ, ਉਹ ਇਹ ਕਨਸੈਪਟ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ, ਉਸ ਦੇ ਉੱਤੇ ਪ੍ਰੈਕਟੀਕਲੀ ਇਹ ਉਸ ਨੂੰ ਫੋਲੋ ਕਰਕੇ ਦਿਨ ਰਾਤ ਮਿਹਨਤ ਕਰਦੇ ਨੇ। ਕੋਈ ਐਸੀ ਇੰਸਟੀਟਿਊਸ਼ਨ ਨਹੀਂ, ਕੋਈ ਐਸਾ ਵਿਅਕਤੀ ਨਹੀਂ ਜਿਹੜਾ ਇਹਨਾਂ ਕੋਲ ਕਦੀ ਆਇਆ ਹੋਏ ਹੈਲਪ ਲਈ ਤੇ ਇਹਨਾਂ ਨੇ ਨਾ ਕੀਤੀ ਹੋਵੇ। ਭਾਵੇਂ ਉਹ ਲੈਪਰਸੀ ਦਾ ਕੋਈ ਪੇਸ਼ੈਂਟ ਹੋਵੇ, ਜਾਂ ਕੋਈ ਮਰੀਜ਼ ਜਿਸ ਨੂੰ ਕਿ ਹਸਪਤਾਲ ਲਿਜਾਣਾ ਹੋਏ, ਜਾਂ ਕੋਈ ਔਰਫਨੇਜ ਦੇ ਵਿੱਚ ਕੋਈ ਬੱਚਾ ਹੋਵੇ, ਜਾਂ ਫਿਰ ਕੋਈ ਬੰਦਾ ਬਿਮਾਰ ਹੋ ਕੇ ਸੜਕ 'ਤੇ ਪਿਆ ਹੋਵੇ ਤੇ ਇਹਨਾਂ ਨੇ ਉਹਦੀ ਮਦਦ ਨਾ ਕੀਤੀ ਹੋਏ। ਸਾਨੂੰ ਬੜਾ ਮਾਣ ਹੈ ਕਿ ਗੁਰੂ ਦੇ ਸਿਧਾਂਤ ਨੂੰ ਪ੍ਰੈਕਟੀਕਲ ਅੰਜਾਮ ਦੇ ਰਹੇ ਹਨ ਭੁਪਿੰਦਰ ਸਿੰਘ ਕੋਹਲੀ ਜੀ। ਤੇ ਆਓ ਚਲਦੇ ਹਾਂ ਮੁੰਬਈ ਤੇ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਕਦੋਂ ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਕਿਹੜੀ ਚੀਜ਼ ਇਹਨਾਂ ਨੂੰ ਮੋਟੀਵੇਟ ਕਰਦੀ ਹੈ। ਉਸ ਦੇ ਨਾਲ ਇੱਕ ਹੋਰ ਅਹਿਮ ਗੱਲ ਇਹ ਹੈਗੀ ਹੈ ਕਿ ਇਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਨੇ ਓਵਰ 90 ਈਅਰਸ ਹੈਗੇ ਨੇ, ਉਹ ਵੀ ਇਹ ਸੇਵਾ ਅਜੇ ਵੀ ਨਿਭਾਉਂਦੇ ਨੇ। ਭੁਪਿੰਦਰ ਸਿੰਘ ਕੋਹਲੀ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਜੀ। ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਕੋਹਲੀ ਸਾਹਿਬ, ਮੈਂ ਪੜ੍ਹ ਰਿਹਾ ਸੀ ਤੁਹਾਡੇ ਬਾਰੇ ਤੇ ਮੈਂ ਹੈਰਾਨ ਹੋਇਆ ਕਿ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਐਜ਼ ਅ ਆਫਿਸਰ ਕੰਮ ਕਰਦੇ ਸੀ। ਤਦ ਤੋਂ ਹੀ ਤੁਸੀਂ ਇਸ ਪਾਸੇ ਨੂੰ ਤੁਰੇ ਕਿ ਹਿਊਮੈਨਿਟੇਰੀਅਨ ਐਫਰਟਸ, ਕਿਸੇ ਕਿਸਮ ਦਾ ਵੀ ਕੋਈ ਕਿਸੇ ਵਿਅਕਤੀ ਨੂੰ ਕੋਈ ਹੈਲਪ ਦੀ ਲੋੜ ਹੋਏ ਤਾਂ ਤੁਸੀਂ ਅੱਗੇ ਆ ਕੇ ਉਸ ਨੂੰ ਸਪੋਰਟ ਕਰਦੇ ਸੀ। ਸੋ ਥੋੜ੍ਹਾ ਜਿਹਾ ਚੱਲੀਏ ਪਿੱਛੇ ਨੂੰ ਤੇ ਸਾਨੂੰ ਦੱਸੋ ਕਿ ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਉਮੰਗ ਆਈ ਤੇ ਤੁਸੀਂ ਇਸ ਪਾਸੇ ਨੂੰ ਤੁਰੇ। ਵੀਰ ਜੀ, ਮੈਂ ਨਾ ਸਟੇਟ ਬੈਂਕ ਵਿੱਚ ਮੁਲਾਜ਼ਮ 1980 ਤੋਂ ਲੱਗਿਆ ਜੀ, ਤੇ 1982 ਫਿਰ ਨਵੀਂ ਅਲੱਗ-ਅਲੱਗ ਬ੍ਰਾਂਚਾਂ ਟ੍ਰਾਂਸਫਰ ਰਹੀ ਹੈ। ਬੰਬੇ 'ਚ ਮੇਰੇ 1982 'ਚ ਆਇਆ। ਉਦੋਂ ਮੈਂ ਟ੍ਰੇਨ ਤੇ ਟਰੈਵਲ ਕਰਕੇ ਆਫਿਸ ਜਾਂਦਾ ਸੀਗਾ। ਜਦੋਂ ਸਟੇਸ਼ਨ ਤੇ ਮੈਂ ਖਲੋਤਾ ਤੇ ਮੈਨੂੰ ਨਾ ਰੇਲਵੇ ਟਰੈਕ ਤੇ ਇੱਕ ਪੈਨਸਿਲ ਦਾ ਲੱਭੀ। ਮੈਂ ਨਾ ਉਹ ਪੈਨਸਿਲ ਚਾਹਣ ਵਾਸਤੇ ਟਰੈਕ 'ਚ ਉਚਾਈ ਤੇ ਇੰਨੇ 'ਚ ਇੱਕ ਛੋਟਾ ਜਿਹਾ ਬੱਚਾ ਮੇਰੇ ਪਿੱਛੇ ਆਇਆ। ਉਹਨੇ ਮੇਰੀ ਪੈਂਟ ਖਿੱਚ ਕੇ ਨਾ ਉਹ ਪੈਨਸਿਲ ਦੀ ਡਿਮਾਂਡ ਕੀਤੀ ਤੇ ਮੈਂ ਉਹਨੂੰ ਪੈਨਸਿਲ ਦੇ ਦਿੱਤੀ ਤੇ ਉਹਨੇ ਇੱਕ ਕਾਗਜ਼ ਰਫ ਜਿਹਾ ਥੱਲੇ ਪਿਆ, ਉਹਨੂੰ ਦੇ ਉੱਤੇ ਸਕ੍ਰਿਬਲ ਕਰਨ ਲੱਗਿਆ। ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਇੱਕ ਛੁੱਟੀ ਹੋਈ ਚੀਜ਼ ਕਿਸੇ ਦੀ ਲੋੜ ਬਣ ਸਕਦੀ ਹੈ ਤੇ ਕਿਉਂ ਨਾ ਹੋਰ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਇਕੱਠੀਆਂ ਕਰੀਆਂ ਜਿਹੜੀਆਂ ਲੋੜਵੰਦ ਨੂੰ ਪੂਰੀਆਂ ਕਰ ਸਕੀਏ। ਉਦੋਂ ਤੋਂ ਫਿਰ ਮੈਂ ਆਪਣਾ ਸ਼ੁਰੂ ਕੀਤਾ ਕਾਰਜ। ਪੁਰਾਣੇ ਕੱਪੜੇ ਇਕੱਠੇ ਕਰਨ ਦੇ, ਪੁਰਾਣੀਆਂ ਦਵਾਈਆਂ, ਪੁਰਾਣੇ ਸਟੇਸ਼ਨਰੀ ਆਈਟਮਸ ਐਂਡ ਲੈਫਟ ਆਊਟ ਫੂਡ ਮਟੀਰੀਅਲਸ, ਜਿਹੜਾ ਫਿਰ ਲੋੜਵੰਦ ਅਨੁਸਾਰ ਬਿਰਧ ਘਰਾਂ ਵਿੱਚ, ਅਨਾਥ ਆਸ਼ਰਮਾਂ ਵਿੱਚ ਇਹ ਸਾਰੀਆਂ ਚੀਜ਼ਾਂ ਮੁਹੱਈਆ ਕਰਾ ਜਾ ਸਕਦੀਆਂ ਸੀ। ਕਿਹੜਾ ਸਾਲ ਸੀ ਇਹ, ਤੇ ਉਸ ਦੇ ਨਾਲ ਨਾਲ ਹੌਲੀ ਹੌਲੀ ਤੁਸੀਂ ਇਹ ਐਫਰਟਸ ਜਿਹੜੇ ਨੇ ਕਰਨੇ ਸ਼ੁਰੂ ਕੀਤੇ? ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਤੁਹਾਡੇ ਅਸੀਂ ਬਾਇਓਗ੍ਰਾਫੀ ਪੜ੍ਹਦੇ ਹਾਂ ਕਿ ਸੜਕਾਂ ਦੇ ਉੱਤੇ ਤੁਸੀਂ ਆਪਣੀ ਕਾਰ ਜਿਹੜੀ ਹੈਗੀ ਸੀ ਉਸ ਦਾ ਇਸਤੇਮਾਲ ਕਰਕੇ ਜਿਹੜੇ ਮਰੀਜ਼ ਸਨ ਉਹਨਾਂ ਨੂੰ ਹਸਪਤਾਲ ਲਿਜਾਣਾ ਸ਼ੁਰੂ ਕੀਤਾ, ਦਵਾਈਆਂ ਪ੍ਰੋਵਾਈਡ ਕਰਨੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਅਨਾਥ ਆਸ਼ਰਮ ਜਾਂ ਲੈਪਰਸੀ ਆਸ਼ਰਮ ਜਿਹੜੇ ਹੈਗੇ ਨੇ ਉੱਥੇ ਜਾ ਕੇ ਸੇਵਾ ਨਿਭਾਈਆਂ। ਤੇ ਇਹਦੇ ਬਾਰੇ ਦੱਸੋ, ਇਹ ਸਫ਼ਰ ਕਿਸ ਸਾਲ ਤੋਂ ਸ਼ੁਰੂ ਹੋਇਆ ਸੀ ਜੀ? ਵੀਰ ਜੀ, ਇਹ 1982 ਤੋਂ ਸ਼ੁਰੂ ਹੋਇਆ ਸੀ ਔਰ ਉਸ ਤੋਂ ਬਾਅਦ ਉਹ ਬੱਚਾ ਇੱਕ ਮੇਰੇ ਵਾਸਤੇ ਇੱਕ ਮੋਟੀਵੇਸ਼ਨਲ ਥਾਟ ਰਿਹਾ ਇਸ ਨੋਬਲ ਮਿਸ਼ਨ ਵਾਸਤੇ। ਤੇ ਮੈਂ ਫਿਰ ਕੋਈ ਐਸੀ ਫੀਲਡ ਨਹੀਂ ਛੱਡੀ ਜਿੱਥੇ ਮੈਂ ਇਹ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ ਨਾ ਪਹੁੰਚਾ ਸਕਾਂ। ਮੈਂ ਥਾਂ ਅਲੱਗ-ਅਲੱਗ ਜਗ੍ਹਾ ਤੇ ਦਵਾਈਆਂ ਦੇ ਬਕਸ ਰੱਖੇ ਹੋਏ ਹੈ, ਜਿੱਥੋਂ ਮੈਂ ਹਰ ਮਹੀਨੇ 2 ਮਹੀਨੇ ਬਾਅਦ ਦਵਾਈਆਂ ਇਕੱਠੀਆਂ ਕਰਕੇ ਉਹ ਬਿਰਧ ਘਰਾਂ ਜਾ ਕੇ ਦੇ ਦਈਦਾ। ਜਿਹੜੇ ਵਿਹਲੇ ਉੱਥੇ ਬਿਰਧ ਬੈਠੇ ਹੋਏ ਹੈ, ਕੰਮ ਕਾਰ ਉਹਨਾਂ ਕੋਲ ਹੁੰਦਾ ਨਹੀਂ, ਪਰ ਪੜ੍ਹੇ ਲਿਖੇ ਸਮਝਦਾਰ ਸੂਝਵਾਨ ਬਹੁਤ ਹੁੰਦੇ ਨੇ। ਉਹਨਾਂ ਨੂੰ ਜਦੋਂ ਦਵਾਈਆਂ ਜਾ ਕੇ ਦੇ ਦਈਦਾ ਔਰ ਉਹਨੂੰ ਕਹਿ ਦਈਦਾ ਕਿ ਇਹਨੂੰ ਸੌਰਟਿੰਗ ਕਰਕੇ ਤੁਸੀਂ ਮੈਨੂੰ ਲਿਸਟ ਬਣਾ ਕੇ ਦੇਣੀ, ਉਹ ਬੜੇ ਖੁਸ਼ ਹੁੰਦੇ। ਇੱਕ ਤੇ ਉਹਨਾਂ ਨੂੰ ਕੰਮ ਮਿਲ ਗਿਆ, ਉੱਤੋਂ ਦੀ ਉਹ ਵੀ ਸੇਵਾ ਦਾ ਕੰਮ ਮਿਲਿਆ। ਉਹਨਾਂ ਨੇ ਉਹ 2 ਬੋਰੀਆਂ ਜਿੰਨੀਆਂ ਇਕੱਠੀਆਂ ਹੁੰਦੀਆਂ ਸੀ, ਫਟਾਫਟ ਉਹਨਾਂ ਨੇ 2-4 ਘੰਟਿਆਂ ਦੇ ਅੰਦਰ ਹੀ ਸੌਰਟਿੰਗ ਅਲਫਾਬੈਟਿਕਲੀ ਕਰਕੇ 26 ਬੈਗ ਬਣਾ ਕੇ ਇੱਕ ਬੈਗ ਦੇ ਲਿਸਟ ਬਣਾ ਕੇ ਮੇਰੇ ਹੱਥ ਇੱਥੇ ਦੇ ਦੇਣੀ। ਤੇ ਰੋਜ਼ ਦਵਾਈਆਂ 3 ਡਿਸਪੈਂਸਰੀਆਂ ਜਿਹੜੀਆਂ ਟਰਾਈਬਲ ਏਰੀਆ 'ਚ, ਰੂਰਲ ਏਰੀਆ 'ਚ ਚੱਲਦੀਆਂ, ਉੱਥੇ ਜਾ ਕੇ ਦੇ ਦਈਦਾ। ਨਾਲ ਲਿਸਟ ਡਾਕਟਰ ਨੂੰ ਫੜਾ ਦੇਈਗਾ ਬਈ ਇਹ ਲਿਸਟ ਦੇ ਹਿਸਾਬ ਤੇ ਦਵਾਈਆਂ ਦਾ ਬੈਗ ਪਿਆ ਹੋਇਆ। ਇਸ ਤੋਂ ਇਲਾਵਾ ਪੁਰਾਣੇ ਕੱਪੜੇ ਇਕੱਠੇ ਕਰਕੇ ਨਾ, ਯੂਜ਼ੇਬਲ, ਫੱਟੇ ਨਹੀਂ, ਔਰ ਦਵਾਈਆਂ ਵੀ ਅਨਐਕਸਪਾਇਰਡ ਹੋਣ, ਵੈਲਿਡ ਹੋਣ, ਔਰ ਬੋਟਲਾਂ ਨਹੀਂ, ਖਾਲੀ ਟੈਬਲੇਟ ਤੇ ਉੱਤੇ ਮੈਂ ਡੇਟ ਪੜ੍ਹ ਸਕਣਾ। ਬੋਟਲਾਂ ਟੁੱਟ ਜਾ ਸਕਦੀਆਂ ਨੇ, ਇਸ ਕਰਕੇ ਮੈਂ ਬੋਟਲਾਂ ਨਹੀਂ ਲੈਂਦਾ। ਤੇ ਇਸ ਤਰ੍ਹਾਂ ਹੀ ਕੱਪੜੇ ਜਿਹੜੇ ਇਕੱਠੇ ਕਰਕੇ ਸਾਡੇ ਮਾਤਾ ਜੀ ਉਹਨਾਂ ਦਾ ਗਰੁੱਪ ਹੈ, ਉਹ ਸਾਰੇ ਇਸ ਕੱਪੜੇ ਨੂੰ ਸੌਰਟਿੰਗ ਕਰਦੇ ਆ, ਵਾਸ਼ ਕਰਕੇ, ਮਾਈਨਰ ਰਿਪੇਅਰਿੰਗ ਹੋਵੇ ਤੇ ਮਾਈਨਰ ਰਿਪੇਅਰਿੰਗ ਵੀ ਕਰ ਦਿੰਦੇ ਆ, ਪ੍ਰੈਸ ਪ੍ਰੂਸ ਕਰਕੇ
ਤੇ ਉਹ ਅਲੱਗ-ਅਲੱਗ ਸੌਰਟ ਕਰਤੇ ਬਿਰਧ ਘਰ ਦੇ ਵਿੱਚ ਵੱਡਿਆਂ ਦੇ, ਛੋਟਿਆਂ ਦੇ ਔਰਫਨੇਜ ਬੱਚਿਆਂ ਦੇ, ਛੋਟਿਆਂ ਦੇ ਆਸ਼ਰਮ ਵਿੱਚ ਜਾ ਕੇ ਉਹ ਮੁਹੱਈਆ ਕਰਾ ਦਿੰਦਾ। ਜੀ। ਮਹੀਨੇ 'ਚ ਕਰੀਬਨ ਜੇ ਮੈਂ ਮਹੀਨੇ 'ਚ ਮੈਂ ਦੇਖਿਆ ਤਾਂ ਦੋ ਬੋਰੀਆਂ ਦੇ ਆਸ-ਪਾਸ ਮੈਨੂੰ ਦਵਾਈਆਂ ਇਕੱਠੀਆਂ ਹੋ ਜਾਂਦੀਆਂ। ਹੂੰ। ਕਰੀਬਨ 400 300 400 ਕੱਪੜਾ ਇਕੱਠਾ ਹੋ ਜਾਂਦਾ। ਔਰ ਅਗਰ ਮੈਂ ਇਹਦੀ ਕਾਸਟਿੰਗ ਤਾਂ ਵੈਸੇ ਸੇਵਾ ਦੀ ਨਹੀਂ ਹੁੰਦੀ, ਪਰ ਇੱਕ ਕਿਊਰੀਓਸਿਟੀ ਹੁੰਦੀ ਹੈ ਕਿ ਵੀ ਮੈਂ ਜਿਹੜੀਆਂ ਦਵਾਈਆਂ ਇਕੱਠੀਆਂ ਕਰ ਸਕਿਆ। ਉਹ ਮਹੀਨੇ ਦੀਆਂ ਅਨਕਲੇਮ ਔਰ ਸਿੰਗਲ ਵਨ ਮੈਨ ਆਰਮੀ, ਅਗਰ ਉਹਦੀ ਦਵਾਈਆਂ ਦੀ ਕਾਸਟਿੰਗ ਕਰੀਬਨ 20-25 ਹਜ਼ਾਰ ਰੁਪਇਆ ਉਸ ਵੇਲੇ ਹੁੰਦੀ ਸੀਗੀ। ਮੈਂ ਸੋਚਿਆ ਮੈਂ ਇਸ ਬਹਾਨੇ 25 ਹਜ਼ਾਰ ਰੁਪਇਆ ਕਮਾ ਹੀ ਲਿਆ, ਜਿਹੜੀ ਜਾ ਕੇ ਸੇਵਾ 'ਚ ਪੈ ਸਕਦੀ। ਰਾਈਟ। ਤੇ ਸਟੇਸ਼ਨਰੀ ਆਈਟਮਸ ਮੈਂ ਹਰ ਸਕੂਲਾਂ ਦੇ ਵਿੱਚ ਕੰਟੈਕਟ ਰੱਖਿਆ ਹੋਇਆ ਕਿ ਸਾਲ ਦੇ ਬਾਅਦ ਜਿੰਨੇ ਵੀ ਬੱਚੇ ਹੁੰਦੇ ਨੇ ਉਹਨਾਂ ਦੇ ਜਿੰਨੇ ਲੈਫਟ ਆਊਟ ਪੇਜਸ ਹੁੰਦੇ ਨੇ, ਉਹ ਬਲੈਂਕ ਪੇਜਸ ਇਰਰਿਸਪੈਕਟਿਵ ਸਿੰਗਲ ਲਾਈਨ, ਡਬਲ ਲਾਈਨ, ਕ੍ਰਾਸ ਵਾਲੇ, ਉਹ ਸਾਰੀਆਂ ਇਕੱਠੀਆਂ ਕਰਕੇ ਪੇਪਰ ਇੱਕ ਬਾਈਂਡਰ ਨਾਲ ਲੈ ਜਾਈਦਾ। ਔਰ ਉਹ ਬਾਈਂਡਰ ਉਹਨੂੰ ਬਾਈਂਡ ਕਰਕੇ ਨਾ ਉਹਦੀਆਂ ਬੁੱਕਾਂ ਬਣਾ ਕੇ ਨਾ ਸਾਲ ਦੇ ਵਿੱਚ ਕਰੀਬਨ 5-7 ਹਜ਼ਾਰ ਕਿਤਾਬਾਂ ਮੈਨੂੰ ਦੇ ਦਿੰਦਾ। ਇੱਕ ਕਿਤਾਬ ਦੀ ਕੀਮਤ ਅੱਜ ਤੁਸੀਂ ਦੇਖੋ 15-20 ਰੁਪਏ ਹੁੰਦੀ ਹੈ। 5-7 ਹਜ਼ਾਰ ਕਿਤਾਬਾਂ ਦੇ ਦਿੰਦੇ, ਜਿਹੜੀਆਂ ਉਹੀ ਬੱਚੇ ਜਿਹੜੇ ਮੈਨੂੰ ਦਿੰਦੇ ਨੇ ਪੁਰਾਣੇ ਪੇਪਰ, ਉਹਨਾਂ ਨੂੰ ਹੀ ਦੇ ਦੇਈਦਾ ਯੂਜ਼ ਕਰਨ ਵਾਸਤੇ। ਤੇ ਇਹ ਛੋਟੀਆਂ ਛੋਟੀਆਂ ਸੇਵਾ ਗੁਰੂ ਨਾਨਕ ਨੇ ਮੇਰੀ ਝੋਲੀ 'ਚ ਪਾਈਆਂ 1982 ਤੋਂ ਅੱਜ ਤੱਕ ਕੋਸ਼ਿਸ਼ ਕਰ ਰਿਹਾ ਉਹਨੂੰ ਨਿਭਾਉਣ ਦੀ। ਬਹੁਤ ਖੂਬ। ਤੇ ਗੁਰੂ ਨਾਨਕ ਵੀ ਸਹਾਈ ਹੁੰਦਾ ਹਰ ਜਗ੍ਹਾ ਤੇ। ਬਿਲਕੁਲ। ਸੋ ਕੋਹਲੀ ਸਾਹਿਬ, ਜਿੱਥੇ ਤੁਸੀਂ ਮਾਤਾ ਜੀ ਦਾ ਜ਼ਿਕਰ ਕੀਤਾ, ਥੋੜ੍ਹਾ ਜਿਹਾ ਉਹਨਾਂ ਦੇ ਬਾਰੇ ਸਾਨੂੰ ਦੱਸੋ ਕਿ ਉਹ ਇਸ ਉਮਰੇ ਵੀ 90 ਸਾਲ ਤੋਂ ਵੱਧ ਉਹਨਾਂ ਦੀ ਉਮਰ ਹੈਗੀ ਹੈ, ਹੁਣ ਵੀ ਉਹ ਸੇਵਾਵਾਂ ਨਿਭਾਉਂਦੇ ਨੇ ਆਪਣੀਆਂ। ਕਦੀ ਅਸੀਂ ਦੇਖਦੇ ਹਾਂ ਉਹਨਾਂ ਨੂੰ ਕਿ ਉਹ ਕੱਪੜਾ ਬੁਣ ਰਹੇ ਨੇ, ਕਦੀ ਕੁਝ ਕਰ ਰਹੇ ਨੇ ਜਿਹਦੇ ਨਾਲ ਕਿ ਕਿਸੇ ਦੀ ਮਦਦ ਹੋ ਸਕੇ। ਸੋ ਮਾਤਾ ਜੀ ਦੀ ਹੁਣ ਉਮਰ ਕਿੰਨੀ ਹੈਗੀ ਹੈ ਅਤੇ ਉਹ ਹੁਣ ਕਿਸ ਤਰੀਕੇ ਦੀਆਂ ਸੇਵਾਵਾਂ ਕਰ ਰਹੇ ਨੇ? ਵੀਰ ਜੀ, ਉਹਨਾਂ ਦੀ ਉਮਰ ਇਹ 5 ਅਪ੍ਰੈਲ ਨੂੰ ਸ਼ੀ ਕੰਪਲੀਟਡ 90 ਇਅਰਸ। ਓਕੇ। ਔਰ ਇਹ ਜਿਹੜਾ ਸੀਡਸ ਮੇਰੇ ਅੰਦਰ ਸੋਨ ਕੀਤਾ ਹੈ ਸੇਵਾ ਦਾ, ਪਹਿਲਾਂ ਤੇ ਗੁਰੂ ਨਾਨਕ ਦੀ ਕਿਰਪਾ ਹੈ, ਪਰ ਇਹਨਾਂ ਦੇ ਆਸ਼ੀਰਵਾਦ ਨਾਲ ਵੀ ਨਾ ਮੈਨੂੰ ਬਹੁਤ ਹੌਸਲਾ ਮਿਲਦਾ ਹੈ, ਕਿਉਂਕਿ ਬਹੁਤ ਸਾਰੀਆਂ ਸੇਵਾਵਾਂ ਵਿੱਚ ਇਹਨਾਂ ਦਾ ਹੱਥ ਹੁੰਦਾ ਹੈ। ਜਿਸ ਤਰ੍ਹਾਂ ਕਿ ਇਹ ਮੇਰੇ ਬੜੇ ਆਸ਼ਰਮ ਵਿੱਚ ਜਾ ਕੇ, ਜਿੱਥੇ ਲੜਕੀਆਂ ਦਾ ਆਸ਼ਰਮ ਹੁੰਦਾ ਖਾਸ ਤੌਰ ਤੇ, ਉੱਥੇ ਮੇਰੀ ਇੱਕ ਲਿਮਿਟੇਸ਼ਨ ਹੁੰਦੀ ਹੈ ਪਹੁੰਚਣ ਦੀ। ਇਹ ਉੱਥੇ ਜਾ ਕੇ ਉਹਨਾਂ ਬੱਚਿਆਂ ਨੂੰ ਨੁਹਾਉਣਾ ਧੁਆਉਣਾ ਕਰਦੇ ਨੇ, ਉਹਨਾਂ ਦੇ ਸਫਾਈ ਸਫੂਈ ਦਾ ਕੰਮ ਕਰਾਉਂਦੇ ਨੇ, ਜਾਂ ਫਿਰ ਲੇਡੀਜ਼ ਪ੍ਰੋਬਲਮਸ, ਦੈਨ ਸ਼ੀ ਡਸ ਆਲ ਦੈਟ ਵਿਥ ਆਫਕੋਰਸ ਉਹਨਾਂ ਦੇ ਆਪਣੇ ਗਰੁੱਪ ਨਾਲ। ਔਰ ਥਾਂ ਜਾ ਕੇ ਜਿਹੜੇ ਬੰਦੇ ਗੁਰੂ ਘਰ 'ਚ ਮੰਦਿਰਾਂ ਮਸਜਿਦਾਂ ਗੁਰਦੁਆਰੇ ਨਹੀਂ ਆ ਸਕਦੇ, ਭਾਵੇਂ ਉਹ ਬਜ਼ੁਰਗ ਹਨ, ਭਾਵੇਂ ਬਿਮਾਰ ਹਨ, ਭਾਵੇਂ ਕਿਸੇ ਬੈੱਡ ਰਿਡਨ, ਇਹ ਆਪਣੀ ਟੀਮ ਲੈ ਕੇ ਉਹਨਾਂ ਦੇ ਘਰ ਜਾਂ ਉਹਨਾਂ ਦੀ ਜਿੱਥੇ ਉਹ ਰਹਿੰਦੇ ਨੇ ਉੱਥੇ ਜਾ ਕੇ ਕੀਰਤਨ ਕਰਦੇ ਨੇ। ਇਹਨਾਂ ਦਾ 13-14 ਲੇਡੀਜ਼ ਦਾ ਗਰੁੱਪ ਹੈ, ਸਾਰੇ ਕਰੀਬਨ 70+ ਦੇ। ਉਹਨਾਂ ਨੇ ਉੱਥੇ ਜਾ ਕੇ ਕੀਰਤਨ ਕਰਤਾ, ਬਸ ਇਹ ਸੋਚ ਕੇ ਕਿ ਜੇ ਉਹ ਗੁਰੂ ਘਰ 'ਚ ਨਹੀਂ ਆ ਸਕਦੇ, ਕਿਉਂ ਨਹੀਂ ਗੁਰੂ ਘਰ ਉੱਥੇ ਪਹੁੰਚ ਜਾਏ। ਤੇ ਇਹਨਾਂ ਨੇ ਉਹ ਪਾਲਿਸੀ ਅਪਣਾ ਦੀ ਗੁਰੂ ਨਾਨਕ ਦੀ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ। ਤੇ ਉਹਨਾਂ ਨੇ ਹਰ ਇੱਕ ਘਰਾਂ ਤੇ ਜਾ ਕੇ ਹਰ ਹਫ਼ਤੇ 15 ਦਿਨਾਂ 'ਚ ਇੱਕ ਘਰ ਜਾ ਕੇ ਕੀਰਤਨ ਕਰਦੇ। ਹੁਣ ਉਹ ਕੀਰਤਨ ਜਦੋਂ ਕਰਦੇ ਆ ਜੀ, ਉੱਥੇ ਜਿਹੜੇ ਕੀਰਤਨ ਕਰਦੇ ਨੇ, ਕਈ ਬੰਦੇ ਜਿਹੜੇ ਨਾ ਸਮਰੱਥਾ ਦੇਖਦੇ ਨੇ ਆਪਣੀ ਸੇਵਾ ਦੇਣ ਵਾਸਤੇ, ਉਹ ਬੜੀਆਂ ਇਹਨਾਂ ਨੂੰ ਸੇਵਾ ਦਿੰਦੇ ਨੇ, ਆਉਣ ਜਾਣ ਦਾ ਖਰਚਾ ਵੀ ਦੇ ਦਿੰਦੇ ਨੇ, ਖਾਣਾ ਲੰਗਰ ਪ੍ਰਸ਼ਾਦ ਤੇ ਹੁੰਦਾ ਹੀ ਹੈ, ਪਰ ਆਪਣੀਆਂ ਸੇਵਾ ਵੀ ਦਿੰਦੇ ਨੇ। ਤੇ ਇਹ ਹਰ ਮਹੀਨੇ ਦੇ ਆਸ-ਪਾਸ ਇਹਨਾਂ ਨੂੰ 10-15 ਹਜ਼ਾਰ ਰੁਪਇਆ ਇਕੱਠਾ ਵੀ ਕਰ ਲੈਂਦੇ ਨੇ। ਸਾਲ ਦਾ ਕਰੀਬਨ 1-1.5 ਲੱਖ ਰੁਪਏ ਇਹਨਾਂ ਦਾ ਇਕੱਠਾ ਹੁੰਦਾ ਹੈ। ਉਹ 1-1.5 ਲੱਖ ਦੇ ਵਿੱਚ ਇਹ ਕੈਂਸਰ ਪੇਸ਼ੈਂਟ ਦੇ ਲੰਗਰ ਰੋਜ਼ਾਨਾ ਲੰਗਰ ਉਸੇ ਪੈਸੇ ਤੋਂ ਤਿਆਰ ਕਰਕੇ ਨਾ, ਕੈਂਸਰ ਪੇਸ਼ੈਂਟ ਦੇ ਲੰਗਰ, ਫਿਰ ਉਹਨਾਂ ਨੂੰ ਛਤਰੀਆਂ ਬਰਸਾਤਾਂ 'ਚ ਖਾਸ ਤੌਰ ਤੇ ਬੰਬੇ 'ਚ ਟਾਟਾ ਹਸਪੀਟਲ ਤੁਸੀਂ ਦੇਖੋਗੇ ਜੀ, ਹਸਪੀਟਲ ਦੇ ਅੰਦਰ ਅਗਰ 100 ਪੇਸ਼ੈਂਟ ਹਨ ਤੇ 500 ਉਹਨਾਂ ਦੇ ਰਿਸ਼ਤੇਦਾਰ ਬਾਹਰ ਰੋਡ ਤੇ ਬੈਠੇ ਹਨ, ਬਾਹਰੋਂ ਸ਼ਹਿਰ, ਇਹ ਉਹਨਾਂ ਵਾਸਤੇ ਫਿਰ ਰਾਸ਼ਨ, ਲੰਗਰ, ਛਤਰੀਆਂ, ਟਾਟ ਪੱਤਰੀਆਂ, ਜਿੰਨੀ ਸਮਰੱਥਾ ਹੁੰਦੀ ਹੈ ਇਕੱਠੀਆਂ ਕਰਕੇ ਉਹਨਾਂ ਨੂੰ ਦੇ ਕੇ ਆਉਂਦੇ ਨੇ। ਵੰਡਰਫੁਲ, ਬਹੁਤ ਖੂਬ। ਭੁਪਿੰਦਰ ਸਿੰਘ ਕੋਹਲੀ ਜੀ, ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਵਾਪਸ ਆਨੇ ਤੇ ਇੱਥੋਂ ਅੱਗੇ ਕੰਟੀਨਿਊ ਕਰਦੇ ਹਾਂ ਕਿ ਬਿਨਾਂ ਜਾਤ ਧਰਮ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਸੇਵਾ ਜੋ ਤੁਸੀਂ ਨਿਭਾ ਰਹੇ ਹੋ, ਉਸ 'ਤੇ ਸਾਨੂੰ ਸਭ ਨੂੰ ਇੱਥੇ ਮਾਣ ਹੈਗਾ। ਹੋਰ ਤੁਹਾਡੀ ਇਹ ਜਿਹੜੀ ਲਾਈਫ ਦੇ ਵਿੱਚ ਤੁਸੀਂ ਇਹ ਕੰਟਰੀਬਿਊਸ਼ਨ ਕਰ ਰਹੇ ਹੋ ਸਮਾਜ ਨੂੰ ਬਿਹਤਰ ਬਣਾਉਣ ਦੇ ਵਿੱਚ, ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਦ ਹਰਪ੍ਰੀਤ ਸਿੰਘ ਸ਼ੋਅ। Karen thought she won a gift card, but we had a much bigger surprise for her. We rise by lifting others. The Sant Motors.
ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਭਾਰਤ ਪੈਸੇ ਭੇਜਣੇ ਹੋਣ ਜਾਂ ਫਿਰ ਮੰਗਵਾਉਣੇ ਹੋਣ ਤੇ ਯਾਦ ਰੱਖੋ ਪੰਜਾਬ ਫੋਰੈਕਸ ਨੂੰ ਤਸੱਲੀਬਖਸ਼ ਸੇਵਾਵਾਂ ਅਤੇ ਵਧੀਆ ਰੇਟ ਦੇਣ ਦੀ ਇਹ ਗਾਰੰਟੀ ਕਰਦੇ ਹਨ। ਅੱਜ ਹੀ ਕਾਲ ਕਰੋ 6043491313 ਉੱਤੇ। ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 6045030200 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। नाही बसत ना दागिन बाय किती घालायला तरी जाईल नाटकवालीमध्ये यायचं आतमध्ये दुसऱ्या पहिला राईड घ्यायचा थोडं राईड घेतलं की सरळ गेले आम्ही बोट लावले ਸੋ ਇਹ ਕੁਝ ਵੀਡੀਓਜ਼ ਜਿਹੜੀਆਂ ਅਸੀਂ ਦੇਖ ਰਹੇ ਹੈਗੇ, ਇਸ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਵਿਆਹ ਕਰਵਾਇਆ ਜਾ ਰਿਹਾ। ਉਸ ਤੋਂ ਇਲਾਵਾ ਲੈਪਰਸੀ ਆਸ਼ਰਮ ਵਿੱਚ ਜਾ ਕੇ ਉੱਥੇ ਭਜਨ ਕੀਰਤਨ ਇਹ ਸੇਵਾਵਾਂ ਨਿਭਾਈ ਜਾਂਦੀਆਂ ਨੇ। ਸੋ ਭੁਪਿੰਦਰ ਸਿੰਘ ਕੋਹਲੀ ਜੀ, ਬ੍ਰੇਕ ਤੋਂ ਪਹਿਲਾਂ ਜਿਹੜਾ ਤੁਸੀਂ ਦੱਸ ਰਹੇ ਸੀ ਮਾਤਾ ਜੀ ਇੱਕ ਬੜਾ ਵੱਡਾ ਪ੍ਰੇਰਨਾ ਸਰੋਤ ਨੇ ਤੁਹਾਡੇ ਵਾਸਤੇ, ਜਿਹੜੇ ਇਸ ਉਮਰ ਵੀ ਸੇਵਾ ਕਰਦੇ ਨੇ। ਸੋ 1982 ਤੋਂ ਜਦੋਂ ਤੁਸੀਂ ਸਟੇਟ ਬੈਂਕ ਆਫ ਇੰਡੀਆ ਵਿੱਚ ਐਜ਼ ਅ ਆਫਿਸਰ ਕੰਮ ਕਰਦੇ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਇਹ ਚੀਜ਼ਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ, ਮੈਡੀਸਿਨਸ ਨੂੰ। ਉਸ ਤੋਂ ਇਲਾਵਾ ਤੁਸੀਂ ਬੜੇ ਫੇਮਸ ਹੈਗੇ ਕਿਉਂਕਿ ਤੁਸੀਂ ਆਪਣੀ ਕਾਰ ਨੂੰ ਇੱਕ ਤਰ੍ਹਾਂ ਦਾ ਹਸਪਤਾਲ ਬਣਾ ਦਿੱਤਾ ਹੈਗਾ ਸੀ। ਉਸ ਦੇ ਵਿੱਚ ਤੁਸੀਂ ਮਰੀਜ਼ਾਂ ਨੂੰ ਟਰਾਂਸਪੋਰਟ ਕਰਦੇ ਹੈਗੇ ਸੀ ਹਸਪਤਾਲਾਂ ਦੇ ਵਿੱਚ। ਥੋੜ੍ਹਾ ਜਿਹਾ ਇਸ ਬਾਰੇ ਸਾਨੂੰ ਦੱਸੋ ਕਿ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ। ਵਿੱਚ ਇਹ ਗੱਲ ਕਰੀਬਨ 95-96 ਦੀ ਹੋਣੀ ਹੈ ਤੇ ਮੇਰੀ ਇੱਕ ਪੋਸਟਿੰਗ ਰਹੀ ਹੈ ਨਿਊ ਬੰਬੇ 'ਚ, ਜਿੱਥੇ ਉਸ ਵੇਲੇ ਬਹੁਤ ਜ਼ਿਆਦਾ ਡਿਵੈਲਪਮੈਂਟ ਨਹੀਂ ਸੀਗੀ। ਨਵਾਂ ਵਸੋ ਇੱਕ ਸ਼ਹਿਰ ਬਣਿਆ ਸੀਗਾ ਤੇ ਮੈਡੀਕਲ ਏਡ ਦੀ ਉੱਥੇ ਅਰੇਂਜਮੈਂਟ ਇਤਨੀ ਖਾਸ ਨਹੀਂ ਸੀ ਤੇ ਮੇਰੀ ਪੋਸਟਿੰਗ ਰਹੀ ਤੇ ਮੈਂ ਆਪਣੇ ਕਾਰ 'ਚ ਜਾ ਰਿਹਾ ਸੀਗਾ ਤੇ ਦੇਖਿਆ ਇੱਕ ਬੰਦਾ ਉੱਥੇ ਇੰਜਰਡ ਪਿਆ ਹੋਇਆ, ਕਿਸੇ ਗੱਡੀ ਨਾਲ ਐਕਸੀਡੈਂਟ ਹੋ ਗਿਆ ਹੋਣਾ, ਗੱਡੀ ਵਾਲਾ ਤੇ ਛੱਡ ਕੇ ਚਲਾ ਗਿਆ ਕਿਉਂਕਿ ਆਈਸੋਲੇਟਡ ਏਰੀਆ ਸੀ, ਕੋਈ ਬੰਦਾ ਧਿਆਨ ਨਹੀਂ ਦਿੰਦਾ। ਤੇ ਮੈਂ ਉਹਨੂੰ ਦੇਖਿਆ ਤੇ ਮੈਂ ਆਪਣੀ ਗੱਡੀ 'ਚ ਪਾ ਕੇ ਨਾ ਨੀਅਰੈਸਟ ਜਿਹੜਾ ਵੀ ਮੈਡੀਕਲ ਏਡ ਸੀ ਉੱਥੇ ਮੈਨੂੰ ਉਹਨੂੰ ਪਹੁੰਚਾ ਦਿੱਤਾ। ਬਾਕੀ ਡਾਕਟਰਾਂ ਨੇ ਸਾਰਾ ਅਰੇਂਜਮੈਂਟ ਕਰਕੇ ਉਹਨੂੰ ਠੀਕ ਜੋ ਇਲਾਜ ਕਰਾਤਾ। ਪਰ ਮੈਨੂੰ ਰਾਤੀ ਜ਼ਹਿਨ 'ਚ ਆਇਆ ਕਿ ਵੀ ਜੇ ਗੁਰੂ ਨਾਨਕ ਨੇ ਮੈਨੂੰ ਦਾਤ ਬਖਸ਼ੀ ਹੈ ਗੱਡੀ ਦੀ, ਤੇ ਕਿਉਂ ਨਾ ਮੈਂ ਇਕੱਲਾ ਯੂਜ਼ ਕਰਾਂ, ਇਸ ਨੂੰ ਹੋਰ ਵੀ ਕੋਈ ਯੂਜ਼ ਕਿਉਂ ਨਹੀਂ ਕਰ ਸਕਦਾ। ਤੇ ਪੈਸੇਂਜਰ ਲੈ ਕੇ ਜਾਣੇ ਆਣੇ ਤੇ ਉਹ ਟੈਕਸੀ ਵਾਲਾ ਕੰਮ ਹੋ ਗਿਆ, ਪਰ ਲੋੜਵੰਦ ਦੀ ਪੂਰਤੀ ਕਰੀਏ ਤੇ ਮੈਂ ਪਿੱਛੇ ਗੱਡੀ ਦੇ ਪਿੱਛੇ ਲਿਖਾ ਤਾ ਕਿ ਫ੍ਰੀ ਐਂਬੂਲੈਂਸ ਸਰਵਿਸਿਸ ਐਟ ਨਾਈਟ, ਮੇਰਾ ਨੰਬਰ ਲਿਖ ਦਿੱਤਾ ਸੀ। ਮੈਨੂੰ ਫਿਰ ਉਸ ਵੇਲੇ ਜਦੋਂ ਤੱਕ ਉੱਥੇ ਡਿਵੈਲਪਮੈਂਟ ਨਹੀਂ ਹੋਈ, ਮੈਨੂੰ ਕਈ ਕਾਲ ਆਉਂਦੇ ਸੀਗੇ ਹਸਪੀਟਲ ਲੈ ਕੇ ਜਾਣ ਆਉਣ ਦੇ, ਬਿਰਧ ਘਰਾਂ ਨੂੰ, ਬਿਰਧ ਘਰ ਵਿੱਚ ਵੀ ਉਹਨਾਂ ਨੂੰ ਲੈ ਕੇ ਸ਼ਿਫਟ ਕਰਨਾ,
ਜਾਂ ਫਲਾਣਾ ਸ਼ਿਫਟ ਕਰਨਾ, ਇਹ ਕਾਰਜ ਮੇਰੇ ਫਿਰ ਉਸ ਵੇਲੇ, ਔਰ ਬਹੁਤ ਉਸ ਵੇਲੇ ਡਿਮਾਂਡ ਹੋ ਗਈ ਸੀ ਕਿਉਂਕਿ ਏਰੀਆ ਆਈਸੋਲੇਟਡ ਸੀ, ਇਹ ਬੇਸਿਕ ਨੈਸੈਸਰੀ ਸੀ, ਤੇ ਲੋਕਾਂ ਨੂੰ ਫਿਰ ਇਹ ਬੜਾ ਹੀ ਲਾਈਮਲਾਈਟ ਵਿੱਚ ਹੋ ਗਿਆ ਇਹ ਐਕਸ਼ਨ ਮੇਰਾ। ਜੀ, ਤੇ ਉਸ ਦੇ ਵਿੱਚ ਬਿਲਕੁਲ ਜਿਸ ਤਰ੍ਹਾਂ ਤੁਸੀਂ ਇਹ ਸ਼ੁਰੂਆਤ ਕੀਤੀ ਆਪਣੀ ਕਾਰ ਤੋਂ, ਪਰ ਹੁਣ ਕੀ ਕੋਈ ਐਂਬੂਲੈਂਸ ਜਿਹੜੀ ਹੈਗੀ ਹੈ ਜਿਹੜੀ 24 ਘੰਟੇ ਚੱਲਦੀ ਹੈ, ਜਿਸ ਦੇ ਵਿੱਚ ਕਿ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਏ ਤੇ ਤੁਹਾਡੀ ਉਹ ਐਂਬੂਲੈਂਸ ਲੈ ਕੇ ਜਾਂਦੀ ਹੈ ਉਹਨਾਂ ਨੂੰ ਹਸਪਤਾਲ? ਹਾਂਜੀ, ਉਹ ਉਸ ਕਾਰ ਦੇ ਪਿੱਛੇ ਡਿੱਕੀ 'ਚ ਵਿੱਚ ਨਾ ਇੱਕ ਮੇਰੀ ਜਿਹੜਾ ਸਟੈਪਨੀ ਵੀਲ ਪਿਆ ਹੁੰਦਾ, ਉਹਦੇ ਰਾਉਂਡ ਸ਼ੇਪ ਦਾ ਫਸਟ ਏਡ ਕਿੱਟ ਵੀ ਰੱਖੀ ਹੋਈ ਸੀਗੀ ਮੈਂ। ਤੇ ਬੇਸਿਕ ਫਸਟ ਏਡ ਵੀ ਮੈਂ ਉਸੇ ਵੇਲੇ ਗੱਡੀ 'ਚੋਂ ਕੱਢ ਕੇ ਕਰ ਵੀ ਦਿੰਦਾ ਸੀ ਜੇ ਹਸਪੀਟਲ ਜਾਂ ਮੈਡੀਕਲ ਏਡ ਤੇ ਜਾਣ ਦੀ ਲੋੜ ਨਾ ਪੈਣੀ ਹੋ। ਪਰ ਹੁਣ ਕਿਉਂਕਿ ਥੋੜੀ ਜੀ ਸਿਹਤ ਦੇ ਹਿਸਾਬ ਤੇ ਕਮਰ ਦੀ ਤਕਲੀਫ ਹੋਣ ਤੇ ਮੈਂ ਡਰਾਈਵਿੰਗ ਘੱਟ ਕਰਨਾ, ਗੱਡੀ ਨਹੀਂ ਰਹੀ ਮੇਰੀ, ਮੈਂ ਹੁਣ ਇੱਕ ਐਂਬੂਲੈਂਸ ਰੱਖੀ ਹੈ ਜਿਸ ਨੂੰ ਡਰਾਈਵਰ ਹੈਗਾ ਉਹ ਹੀ ਟੇਕਸ ਕੇਅਰ ਆਫ ਕਿ ਵੀ ਜਦੋਂ ਕਾਲ ਆਉਂਦੀ ਹੈ ਤਾਂ ਹੀ ਟੇਕਸ ਟੂ ਦ ਹਸਪੀਟਲ ਐਂਡ ਦੈਟ ਇਜ਼ ਨਾਟ 24 ਆਵਰਸ ਨਹੀਂ, ਕਿਉਂਕਿ ਡਰਾਈਵਰ 24 ਘੰਟੇ ਨਹੀਂ ਅਵੇਲੇਬਲ ਹੁੰਦਾ ਜੀ, ਪਰ ਦਿਨ ਵੇਲੇ ਜ਼ਰੂਰ ਅਵੇਲੇਬਲ ਹੁੰਦੇ ਨੇ। ਰਾਤੀ ਜਦੋਂ ਕਾਲ ਆ ਜਾਏ ਤੇ ਉਹ ਘੱਟ ਵੱਧ ਹੀ ਆਉਂਦੀ ਹੈ, ਪਰ ਜੇ ਆ ਜਾਏ then I move and do that ਬਹੁਤ ਖੂਬ। ਸੋ ਕੋਹਲੀ ਸਾਹਿਬ, ਇਹ ਸਾਰਾ ਸਫ਼ਰ ਜਿਹੜਾ ਤੁਹਾਡਾ ਹੈਗਾ 1982 ਤੋਂ ਤੁਸੀਂ ਸ਼ੁਰੂਆਤ ਕੀਤੀ, ਛੋਟੇ ਲੈਵਲ ਤੇ ਹੌਲੀ ਹੌਲੀ ਤੁਸੀਂ ਵੱਧਦੇ ਗਏ, ਲੇਕਿਨ ਵਨ ਮੈਨ ਆਰਮੀ ਜਿਹੜੀ ਹੈ ਤੁਹਾਡੀ, ਉਸ ਦੇ ਵਿੱਚ ਮਾਤਾ ਜੀ ਦਾ ਜਿਹੜਾ ਸਹਿਯੋਗ ਮਿਲਦਾ ਰਿਹਾ ਤੇ ਤੁਸੀਂ ਅੱਗੇ ਚੱਲਦੇ ਰਹੇ। ਪਰ ਇਹ ਜਿਹੜਾ ਤੁਸੀਂ ਸਭ ਕੁਝ ਇਕੱਠਾ ਕਰਦੇ ਸੀ, ਇਸ ਵਾਸਤੇ ਮਾਇਆ ਰਿਸੋਰਸਿਸ ਜਿਹੜੇ ਸਾਰੇ ਸੀ, ਇਹ ਕਿੱਥੋਂ ਆਉਂਦੇ ਹੈਗੇ ਸੀ? ਵੀਰ ਜੀ, ਜਿਹੜੀਆਂ ਬੇਸਿਕ ਸੇਵਾ ਦੇ ਵਾਸਤੇ ਨਾ ਅਗਰ ਇੱਕ ਆਮ ਇਨਸਾਨ ਨੂੰ, ਮੈਂ ਸ਼ਹਿਰ ਦੇ ਹਿਸਾਬ ਤੇ ਗੱਲ ਕਰ ਰਿਹਾ, ਮੈਟਰੋਪੋਲੀਟਨ ਬੰਬੇ ਦੇ ਹਿਸਾਬ ਤੇ, ਕਿ ਜਦੋਂ ਉਹਨੂੰ ਸੇਵਾ ਦਾ ਗੱਲ ਕਰੀਏ ਤੇ ਉਹ 4-5 ਰੀਜ਼ਨ ਦੱਸ ਦਿੰਦਾ ਹੈ। ਮੈਂ ਉਸ ਰੀਜ਼ਨ ਨੂੰ ਨਾ ਐਕਸਕਿਊਜ਼ ਕਹਿੰਦਾ। ਪਹਿਲਾ ਹੈ ਕਿ ਵੀ ਮੇਰੇ ਕੋਲ ਨਾ ਟਾਈਮ ਨਹੀਂ ਹੈ। ਲੋਕਾਂ ਕੋਲ ਟਾਈਮ ਬਹੁਤ ਹੈ, ਸੋਸ਼ਲ ਮੀਡੀਆ ਤੇ ਬੈਠੇ ਹੋਣਗੇ, ਨੈਟ ਤੇ ਬੈਠੇ ਹੋਣਗੇ, ਗੇਮਾਂ ਖੇਡਦੇ ਹੋਣਗੇ, ਟੀਵੀ ਤੇ ਬੈਠੇ ਹੋਣਗੇ, ਔਰ ਸਮਾਜ ਸੇਵਾ ਦੀ ਜਦੋਂ ਗੱਲ ਕਰੀਏ ਨਾ ਤਾਂ ਉਹ ਸਿਰਫ ਕਹਿ ਦਿੰਦੇ ਨੇ ਕਿ ਮੇਰੇ ਕੋਲ ਟਾਈਮ ਨਹੀਂ ਹੈ। ਦੂਸਰਾ ਹੈ ਮੇਰੇ ਕੋਲ ਪੈਸਾ ਨਹੀਂ ਹੈ। ਅਗਰ ਤੁਸੀਂ ਮੇਰੇ ਬਹੁਤ ਸਾਰੀ ਐਕਟੀਵਿਟੀ ਸੁਣੇ ਹੋਣਗੇ ਔਰ ਦੇਖੇ ਪੜ੍ਹੇ ਸੁਣੇ ਹੋਣਗੇ, ਉਹਦੇ 'ਚ ਮੋਰ ਦੈਨ 50% ਬਿਨਾਂ ਪੈਸੇ ਦੇ। ਹੁਣ ਪੁਰਾਣੇ ਕੱਪੜੇ ਇਕੱਠੇ ਕਰਨੇ, ਪੁਰਾਣੀਆਂ ਦਵਾਈਆਂ ਇਕੱਠੀਆਂ ਕਰਨੀਆਂ, ਪੁਰਾਣੇ ਸਟੇਸ਼ਨਰੀ ਇਕੱਠੀ ਕਰਨੀ, ਇਹਦੇ ਵਾਸਤੇ ਪੈਸੇ ਤਾਂ ਲੱਗਿਆ ਨਹੀਂ। ਜਿਸ ਨੂੰ ਮੈਂ ਪੁਰਾਣਾ ਕੱਪੜਾ ਕਹਿ ਵੀ ਦੇਣਾ ਕਿ ਵੀ ਤੁਸੀਂ ਪੁਰਾਣੇ ਕੱਪੜੇ ਦਿਓ, ਉਹ ਇੰਨੀ ਸ਼ਰਧਾ ਰੱਖਦਾ ਕਿ ਵੀ ਅਗਰ ਉਹ ਪੁਰਾਣੇ 2 ਕੱਪੜੇ ਦੇਗਾ ਨਾ ਤੇ ਇੱਕ ਨਵਾਂ ਸ਼ਰਟ ਵੀ ਦੇ ਦਿੰਦਾ, ਤੇ ਮੈਨੂੰ ਪੈਸੇ ਦੀ ਲੋੜ ਹੀ ਨਹੀਂ ਪੈਂਦੀ। ਔਰ ਇਹ ਤੇ ਜਦੋਂ ਸਾਹਮਣੇ ਕੇ ਮਿਸ਼ਨ ਨੂੰ ਰੱਖਣਾ ਤੇ ਫਿਰ ਨਵ ਨਿਧੀ 18 ਸਿੱਧੀ ਪਿੱਛੇ ਲੱਗਣ ਫਿਰਨ, ਲੋਕ ਆਪ ਆ ਕੇ ਦਿੰਦੇ ਨੇ ਕਿ ਵੀ ਇਹ ਸਾਡੇ ਵੱਲੋਂ ਸੇਵਾ, ਕੋਈ ਪੈਟਰੋਲ ਭਰਾ ਦੇਗਾ ਮੈਨੂੰ, ਕੋਈ ਰਾਸ਼ਨ ਦੇ ਦਿੰਦਾ। ਮੇਰੀ ਕਾਰ ਦੇ ਪਿੱਛੇ 2 ਬਾਕਸ ਹੀ ਰੱਖੇ ਹੋਏ ਸੀ, ਉਹਦੇ 'ਚ ਰਾਸ਼ਨ ਵੀ ਇਕੱਠੇ ਹੁੰਦੇ ਨੇ ਅਨਾਥ ਆਸ਼ਰਮ ਦੇ ਵਾਸਤੇ। ਆਪਣੀ ਇੱਕ ਮੁੱਠੀ ਤੁਸੀਂ ਚਾਵਲ ਪਾ ਦਿਓ, ਇੱਕ ਮੁੱਠੀ ਆਟਾ ਪਾ ਦਿਓ, ਇੱਕ ਮੁੱਠੀ ਦਾਲ ਪਾ ਦਿਓ, ਮਹੀਨੇ ਦਾ 300-200-300 ਕਿਲੋ ਰਾਸ਼ਨ ਵੀ ਇਕੱਠਾ ਹੋ ਜਾਂਦਾ। ਉਹ ਇਹ ਇਸ ਤਰ੍ਹਾਂ ਹੀ ਤਰੀਕੇ ਨਾਲ ਜਾਂਦਾ ਹੈ। It is not basically in cash, in kind of course, ਅਗਰ ਮੈਂ ਦੇਖਿਆ ਜਾਏ ਤਾਂ it comes to a huge amount. ਰਾਈਟ, ਵੰਡਰਫੁਲ। ਸੋ ਥੋੜ੍ਹਾ ਜਿਹਾ ਗੱਲਬਾਤ ਕਰ ਲਈਏ। ਕੋਵਿਡ-19 ਜਿਹੜਾ ਆਇਆ ਉਸ ਕਾਰਨ ਸਭ ਕੁਝ ਠੱਪ ਹੋਇਆ ਪਿਆ, ਤੇ ਹੁਣ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਮੁੰਬਈ ਦੇ ਵਿੱਚ। ਇਸ ਸਮੇਂ ਦੌਰਾਨ ਵੀ ਕੋਈ ਤੁਹਾਡਾ ਇਹ ਜਿਹੜੀ ਸਰਵਿਸ ਹੈਗੀ ਹੈ, ਸੈਲਫਲੈਸ ਸੇਵਾ ਤੁਹਾਡੀ ਚੱਲਦੀ ਰਹੀ ਹੈ ਜਾਂ ਕੁਝ ਦੇਰ ਲਈ ਤੁਸੀਂ ਬੰਦ ਕੀਤੀ ਇਸ ਨੂੰ? ਨਹੀਂ ਵੀਰ ਜੀ, ਮੈਂ ਭਾਵੇਂ ਬਾਹਰ ਨਹੀਂ ਨਿਕਲਦਾ, ਲੇਕਿਨ ਇੱਕ ਜਿਹੜੀ ਗਰੋਸਰੀ ਸ਼ਾਪ ਹੈ ਉਸ ਨਾਲ ਮੇਰਾ ਟਾਈ ਅਪ ਰਹਿੰਦਾ ਹੈ, ਔਰ ਇੱਕ ਫਿਕਸ ਮੇਰੀ ਲਿਸਟ ਹੈ ਉਹ ਬਣਾ ਕੇ ਰੱਖੀ ਹੋਈ ਹੈ ਕਿ ਵੀ ਇੱਕ ਪਰਿਵਾਰ ਦੇ ਵਾਸਤੇ, 4 ਬੰਦਿਆਂ ਦੇ ਪਰਿਵਾਰ ਵਾਸਤੇ ਮਹੀਨੇ ਦਾ ਕਿੰਨਾ ਰਾਸ਼ਨ ਲੱਗੇਗਾ। ਉਹ ਜਦੋਂ ਸੁਨਾਮੀ ਵੇਲੇ ਜਾਂ ਜਦੋਂ ਆਪਤੀਆਂ ਵੇਲੇ ਜਾਂਦਾ ਸੀ ਤਾਂ ਅਸੀਂ ਇਹ ਲਿਸਟ ਬਣਾ ਕੇ ਰੱਖਦੇ ਸੀ ਕਿ ਹਾਊ ਮਚ ਵਨ ਕੈਨ ਕੰਜ਼ਿਊਮ ਇਨ ਅ ਮੰਥ ਗਰੋਸਰੀ ਆਈਟਮ। ਮੈਂ ਉਹ ਲਿਸਟ ਨਾ ਉਸ ਗਰੋਸਰੀ ਵਾਲੇ ਨੂੰ ਦੇ ਕੇ ਰੱਖੀ ਹੋਈ ਹੈ ਕਿ ਵੀ ਮੈਂ ਜਦੋਂ ਕਿਸੇ ਬੰਦੇ ਨੂੰ ਭੇਜਾਂਗਾ, ਕਾਲ ਕਰਾਂਗਾ, ਉਹਨੂੰ ਤੂੰ ਇੱਕ ਕਿੱਟ ਪੂਰੀ ਦੇ ਦੇਣੀ। ਤੋ ਆਈ ਹੈਵ ਮੇਡ ਇਟ ਅ ਮਾਈਂਡ ਕਿ ਵੀ ਜਿਹੜੀ ਬਿਰਧ ਹੋਰ ਵਿਡੋਸ ਲੇਡੀਜ਼, irrespective to caste and community, I never consider caste and community, ਜਿਹੜਾ ਬੰਦਾ ਲੋੜਵੰਦ ਆਉਂਦਾ ਐਂਡ ਸੋਰਸ ਮੈਨੂੰ ਪਤਾ ਲੱਗਦਾ ਕਿ ਵੀ ਫਲਾਣਾ ਬੰਦੇ ਨੂੰ ਲੋੜ ਹੈ, ਤੇ ਉਹਨੂੰ ਮੈਂ ਕਹਿ ਦਿੰਦਾ ਕਿ ਲਾਂ ਤੇ ਜਾ ਕੇ ਇਹ ਰਾਸ਼ਨ ਦੀ ਕਿੱਟ ਲੈ ਜਾ, ਔਰ ਉਹਦੇ ਡਾਕੂਮੈਂਟ, ਮਤਲਬ ਇੱਕ ਡਾਕੂਮੈਂਟ ਹੁੰਦਾ ਇੱਕ ਖਾਲੀ ਆਇਡੈਂਟੀਟੀ ਵਾਸਤੇ ਕਿ ਵੀ ਫਲਾਣਾ ਬੰਦਾ ਮੇਰੇ ਕੋਲ ਲੈ ਗਿਆ, ਉਹ ਭਾਵੇਂ ਆਧਾਰ ਕਾਰਡ ਹੋਵੇ, ਭਾਵੇਂ ਕੋਈ ਵੀ ਆਇਡੈਂਟੀਟੀ ਹੋਵੇ, ਉਹ ਦੁਕਾਨਦਾਰ ਮੈਨੂੰ ਭੇਜ ਦਿੰਦਾ ਬਈ ਫਲਾਣਾ ਬੰਦਾ ਆਇਆ ਸੀ ਦੁਕਾਨ, ਆਪਣੀ ਕਿੱਟ ਲੈ ਗਿਆ ਜੀ। ਤੇ ਇਹ ਮੇਰੀਆਂ ਕਿੱਟਾਂ ਕੁਝ ਰੈਡੀਮੇਡ ਵੀ ਰੱਖੀਆਂ ਹੋਈਆਂ ਔਰ ਡਾਇਰੈਕਟਲੀ ਵੀ ਉਹਨਾਂ ਨੂੰ ਕੋਲ ਭੇਜ ਦੇਣਾ। ਦਿਸ ਆਈ ਹੈਵ ਡਨ ਇਨ ਦਿਸ
ਐਂਡ ਆਫ ਕੋਰਸ ਅਗਰ ਜਿਹੜਾ ਦੂਰ ਬੈਠਾ ਹੈ, ਜੀ। ਜਿਹੜੇ ਬੰਬੇ ਤੋਂ ਬਾਹਰ ਹੈ, ਕਿਉਂਕਿ ਆਈ ਐਮ ਇਨ ਕੰਟੈਕਟ ਵਿਦ ਪੀਪਲ ਅਵੇ ਫਰਮ ਬੰਬੇ, ਉੱਥੋਂ ਦੀ ਵੀ ਡਿਮਾਂਡ ਆਉਂਦੀ ਹੈ। ਫਿਰ ਮੈਂ ਉਹਨਾਂ ਦੀਆਂ ਜਿਹੜੀਆਂ ਇਨਕੁਆਇਰੀ ਕਰ ਲਈਦਾ, ਕਿਉਂਕਿ ਐਵਰੀਵੇਅਰ ਆਈ ਨੋ ਸਮ ਆਫ ਦਾ ਅਦਰ ਪੀਪਲ ਹੂ ਗਿਵਸ ਦ ਇਨਕੁਆਇਰੀ ਵੀ ਉਹਨਾਂ ਦੀ ਕੀ ਸਟੇਟਸ, ਔਰ ਵੈਸੇ ਵੀ ਇਸ ਹਾਲਾਤ ਦੀ ਸਟੇਟਸ ਤੇ ਸਾਰਿਆਂ ਦੀ ਮਾੜੀ ਹੈ। ਜੀ ਇਸ ਕਰਕੇ ਮੈਂ ਉਹਨਾਂ ਦੇ ਫਿਰ ਬੈਂਕ ਅਕਾਊਂਟ ਲੈ ਲੈਣਾ, ਉਸ ਬੈਂਕ ਵਿੱਚ ਜੋ ਸੇਵਾ ਉਹਨਾਂ ਦੀ ਰਾਸ਼ਨ ਦੀ ਹੁੰਦੀ ਹੈ ਉਹ ਮੈਂ ਉਹਨਾਂ ਦੇ ਅਕਾਊਂਟ ਜਮ੍ਹਾਂ ਕਰ ਦਿੰਦਾ, ਉਹ ਐਕਨੋਲੇਜ ਕਰ ਦਿੰਦਾ ਰਾਈਟ। ਕਿ ਰਾਸ਼ਨ ਆ ਗਿਆ, ਰਾਸ਼ਨ ਦੀ ਫੋਟੋ ਵੀ ਭੇਜ ਦਿੰਦੇ ਨੇ। ਇੱਕ ਗੱਲ ਆਉਂਦੀ ਹੈ ਕਿ ਕੋਈ ਬੰਦਾ ਇੱਕ ਪਾਰਟਿਕੂਲਰ ਫੀਲਡ ਨੂੰ ਫੜ ਲੈਂਦਾ ਹੈ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਕੋਈ ਅਨਾਥ ਆਸ਼ਰਮ ਹੈ ਜਾਂ ਬਿਰਧ ਆਸ਼ਰਮ ਹੈ, ਜਾਂ ਜਿਸ ਤਰ੍ਹਾਂ ਤੁਸੀਂ ਵਿਡੋਜ਼ ਦਾ ਤੁਸੀਂ ਆਸ਼ਰਮ ਕਿਹਾ ਜਾਂ ਕੋਈ ਹੋਰ, ਲੇਕਿਨ ਤੁਸੀਂ ਤਾਂ ਕੋਈ ਵੀ ਐਸਾ ਵਰਗ ਸੁਸਾਇਟੀ ਦਾ ਨਹੀਂ ਛੱਡਿਆ ਕਿ ਜਿਸ ਨੂੰ ਲੋੜ ਹੋਵੇ ਤੇ ਤੁਸੀਂ ਨਾ ਕੀਤੀ ਹੋਵੇ। ਇਹ ਜਜ਼ਬਾ, ਇਸ ਨੂੰ ਅਸੀਂ ਸਲਾਮ ਕਰਦੇ ਹਾਂ, ਸਾਨੂੰ ਬੜਾ ਮਾਣ ਹੈਗਾ ਇਸ ਦੇ ਉੱਤੇ। ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆ ਕੇ ਤੁਹਾਡੇ ਨਾਲ ਮੈਂ ਗੱਲਬਾਤ ਕਰਾਂਗਾ ਹੋਰ ਕਿ ਇਹ ਸਾਰਾ ਤੁਸੀਂ ਕੋਆਰਡੀਨੇਟ ਕਿਵੇਂ ਕਰਦੇ ਹੈਗੇ ਹੋ। ਐਂਡ ਅਗੇਨ ਇੰਨੇ 1982 ਤੋਂ ਲੈ ਕੇ ਹੁਣ ਦਾ ਇਹ ਜਿਹੜਾ ਸਫ਼ਰ ਹੈਗਾ ਹੈ, ਇਟਸ ਬੀਨ ਓਵਰ ਅਰਾਊਂਡ ਨਾਓ ਮੋਸਟਲੀ 40 ਇਅਰਸ ਦੇ ਕਰੀਬ ਹੋ ਜਾਣੇ ਹੈਗੇ ਨੇ, ਅਤੇ ਇਹ ਕਾਫਲਾ ਵੱਧਦਾ ਗਿਆ, ਲੋਕ ਜੁੜਦੇ ਗਏ ਨੇ। ਪਰ ਟਰਾਂਸਪੇਰੈਂਸੀ, ਕਿਉਂਕਿ ਜਦੋਂ ਕੋਈ ਕੰਮ ਚੰਗਾ ਕਰਦਾ ਹੈ ਨਾਲ ਲੋਕਾਂ ਦੀ ਸਹਾਇਤਾ ਲੈਂਦਾ ਤਾਂ ਉਸ ਉੱਤੇ ਕਈ ਵਾਰ ਉਂਗਲਾਂ ਵੀ ਚੁੱਕਦੀਆਂ ਜਾਂਦੀਆਂ ਨੇ ਕਿ ਬਈ ਤੂੰ ਕਿਸ ਤਰ੍ਹਾਂ ਦੀ ਇਹ ਜਿਹੜੀ ਹੈਗੀ ਹੈ ਟਰਾਂਸਪੇਰੈਂਸੀ ਰੱਖ ਰਿਹਾ ਹੈਗਾ। ਸੋ ਤੁਸੀਂ ਕੀ ਮੋਡ ਰੱਖਦੇ ਹੋ ਟਰਾਂਸਪੇਰੈਂਸੀ ਦਾ? ਕਿੰਨੀਆਂ ਸੰਸਥਾਵਾਂ ਨੇ ਟੋਟਲ ਜਿਨ੍ਹਾਂ ਨੂੰ ਤੁਸੀਂ ਇਸ ਸਮੇਂ ਸਪੋਰਟ ਕਰ ਰਹੇ ਹੋ, ਅਤੇ ਨਾਲ ਹੋਰ ਕੀ ਅੱਗੇ ਫਿਊਚਰ ਪਲਾਨਸ ਨੇ, ਇਹਨਾਂ ਬਾਰੇ ਗੱਲ ਕਰਨੇ ਆ ਕੁਛ ਹੀ ਦੇਰ ਬਾਅਦ ਵਾਪਸ ਆ ਕੇ ਇਸ ਬ੍ਰੇਕ ਤੋਂ ਬਾਅਦ ਜੀ। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 1774 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ। ਪ੍ਰੋਫੈਸ਼ਨਲ ਕਰਟੀਅਸ ਕਸਟਮਰ ਸਰਵਿਸ ਲਈ ਜਾਣਿਆ ਜਾਂਦਾ ਹੈ ਤਾਜ ਪਾਰਕ ਕਨਵੈਨਸ਼ਨ ਸੈਂਟਰ, ਜਿੱਥੇ ਤੁਸੀਂ 700 ਤੋਂ ਲੈ ਕੇ 1200 ਵਿਅਕਤੀਆਂ ਲਈ ਬਰਥਡੇ, ਐਨੀਵਰਸਰੀ, ਬ੍ਰਾਈਡਲ ਸ਼ਾਰ, ਇੰਗੇਜਮੈਂਟ, ਵੈਡਿੰਗ ਜਾਂ ਆਫਿਸ ਪਾਰਟੀ, ਐਗਜ਼ੀਬਿਸ਼ਨਸ, ਪ੍ਰੋਡਕਟ ਲਾਂਚਸ ਤੇ ਕਾਰਪੋਰੇਟ ਇਵੈਂਟਸ ਕਰਵਾ ਸਕਦੇ ਹੋ। ਖੂਬਸੂਰਤ ਇੰਟੀਰੀਅਰ ਤੇ ਬਿਹਤਰੀਨ ਅਮੈਨਿਟੀਜ਼, ਲਾਜਵਾਬ ਖਾਣਾ, ਫ੍ਰੈਂਡਲੀ ਸਟਾਫ, ਸਪੇਸ਼ੀਅਸ ਬੈਂਕਟ ਹਾਲ, ਖੁੱਲੀ ਪਾਰਕਿੰਗ ਤੁਹਾਨੂੰ ਇੱਥੇ ਹੀ ਮਿਲੇਗੀ ਅਤੇ ਇਹ ਤੁਹਾਡਾ ਬੈਸਟ ਪੋਸੀਬਲ ਐਕਸਪੀਰੀਅੰਸ ਹੋਵੇਗਾ। ਅੱਜ ਹੀ ਆਪਣਾ ਅਗਲਾ ਪ੍ਰੋਗਰਾਮ ਇੱਥੇ ਕਰਾਓ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਸ਼ਾਮਲ ਹੋ ਤੁਸੀਂ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ। ਹਰ ਰੋਜ਼ ਸ਼ਾਮ ਨੂੰ 7 ਵਜੇ ਮੰਡੇ ਟੂ ਫਰਾਈਡੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਤੁਹਾਡੇ ਨਾਲ ਮੈਂ ਸਾਂਝ ਪਾਇਆ ਕਰਨਾ ਤੇ ਦੁਨੀਆ ਭਰ ਤੋਂ ਵੱਖਰੀਆਂ ਸ਼ਖਸੀਅਤਾਂ ਜਿਨ੍ਹਾਂ ਦੀ ਕਿ ਕੋਈ ਨਾ ਕੋਈ ਦੇਣ ਹੈ ਸਮਾਜ ਨੂੰ, ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ। ਇਸ ਪ੍ਰੋਗਰਾਮ ਦਾ ਮਕਸਦ ਹੁੰਦਾ ਤੁਹਾਨੂੰ ਐਜੂਕੇਟ ਕਰਨਾ, ਇੰਸਪਾਇਰ ਕਰਨਾ ਤਾਂ ਕਿ ਤੁਸੀਂ ਇੰਪਾਰਟ ਹੋ ਸਕੋ। ਅੱਜ ਸਾਨੂੰ ਬੜਾ ਮਾਣ ਹੈ ਕਿ ਸਾਡੇ ਨਾਲ ਭੁਪਿੰਦਰ ਸਿੰਘ ਕੋਹਲੀ ਜਿਹੜੇ ਕਿ ਮੁੰਬਈ ਤੋਂ ਹਨ, ਇੱਕ ਹਿਊਮੈਨਿਟੇਰੀਅਨ, ਜਾਤ ਪਾਤ ਤੋਂ ਉੱਤੇ ਉੱਠ ਕੇ, ਧਰਮ ਦੇ ਜਿਹੜੇ ਅਸੀਂ ਆਪਣੇ ਨਜ਼ਰੀਏ ਨਾਲ ਕਾਨੂੰਨ ਬਣਾਏ ਹੋਏ ਨੇ ਉਹਨਾਂ ਤੋਂ ਉੱਤੇ ਉੱਠ ਕੇ ਇਹ ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਕੋਈ ਐਸੀ ਸੰਸਥਾ ਨਹੀਂ ਜਿਸ ਦੇ ਵਿੱਚ ਕਿ ਜਾ ਕੇ ਇਹਨਾਂ ਨੇ ਸਪੋਰਟ ਉਹਨਾਂ ਨੂੰ ਨਾ ਪ੍ਰੋਵਾਈਡ ਕੀਤੀ ਹੋਏ, ਅਤੇ ਇਹਨਾਂ ਦੇ ਮਾਤਾ ਜੀ ਵੀ ਜਿਹੜੇ ਕਿ ਓਵਰ 90 ਇਅਰਸ ਹੈਗੇ ਨੇ, ਉਹ ਵੀ ਸੇਵਾ ਕਰਦੇ ਨੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਪ੍ਰੀਮੀਅਮ ਅਪਲਾਇੰਸਿਸ ਦੇ ਸਹਿਯੋਗ ਨਾਲ। ਨਵੇਂ ਤੇ ਹਾਈ ਕੁਆਲਿਟੀ ਦੇ ਪ੍ਰੀਮੀਅਮ ਅਪਲਾਇੰਸਿਸ ਲੈਣੇ ਨੇ ਤਾਂ ਤੁਸੀਂ ਫਿਰ ਯਾਦ ਰੱਖੋ ਪ੍ਰੀਮੀਅਮ ਅਪਲਾਇੰਸਿਸ ਨੂੰ। ਸਟੋਵ, ਫ੍ਰਿਜ, ਵਾਸ਼ਰ ਡਰਾਇਰ, ਡਿਸ਼ਵਾਸ਼ਰ ਲੈਣਾ ਹੈ ਜਾਂ ਹੋਰ ਕੋਈ ਵੀ ਅਪਲਾਇੰਸ ਤਾਂ ਫਿਰ ਪਹੁੰਚੋ ਇਹਨਾਂ ਦੀਆਂ 3 ਬ੍ਰਾਂਚਿਸ ਜਿਹੜੀ ਸਰੀ, ਐਬਸਫੋਰਡ ਜਾਂ ਚਿਲਵੈਕ ਵਿੱਚ ਹਨ। 127778 ਐਵਨਿਊ ਸਰੀ ਇਹਨਾਂ ਦਾ ਦਫ਼ਤਰ ਹੈਗਾ। ਫੋਨ ਨੰਬਰ ਹੈ 6045904140 604 590 4140। ਸਪੈਸ਼ਲ ਪੈਕੇਜਸ ਨੇ ਬਿਲਡਰਸ ਅਤੇ ਹੋਮ ਓਨਰਸ ਲਈ। ਸਾਡੇ ਅਗਲੇ ਸਹਿਯੋਗੀ ਹਨ AMC ਇੰਸ਼ੋਰੈਂਸ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਫਿਰ ਯਾਦ ਰੱਖੋ AMC ਇੰਸ਼ੋਰੈਂਸ ਨੂੰ। ਹਫ਼ਤੇ ਦੇ 7 ਦਿਨ ਖੁੱਲ੍ਹੇ ਰਹਿੰਦੇ ਨੇ। 9 ਬ੍ਰਾਂਚਿਸ ਨੇ ਇਹਨਾਂ ਦੀਆਂ ਲੋਅਰ ਮੇਨਲੈਂਡ ਵਿੱਚ, ਅਤੇ ਇਹ ਕਹਿੰਦੇ ਨੇ ਕਿ ਫॉर द ਰਾਈਟ ਐਡਵਾਈਸ ਐਂਡ ਪ੍ਰੋਡਕਟ ਆਲਵੇਜ਼ ਰਿਮੈਂਬਰ AMC ਇੰਸ਼ੋਰੈਂਸ। 6045076666 604 507 6666। ਸਾਡੇ ਅਗਲੀ ਸਹਿਯੋਗੀ ਹਨ ਅਹੀਰ ਟਰਾਂਸਪੋਰਟੇਸ਼ਨ। ਕੈਨੇਡਾ ਭਰ ਵਿੱਚ ਕਿਤੇ ਵੀ ਤੁਸੀਂ ਆਪਣਾ ਕਾਰਗੋ ਪਹੁੰਚਾਉਣਾ ਹੈ ਤਾਂ ਫਿਰ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ ਨੂੰ। 8970 ਰਿਵਰ ਰੋਡ ਡੈਲਟਾ। 1993 ਤੋਂ ਇਹ ਸਟੋਰੇਜ ਅਤੇ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ।
ਇਹਨਾਂ ਦਾ ਫੋਨ ਨੰਬਰ ਹੈ 604 940 9511 604 940 9511 ਜਾਂ ਫਿਰ ਇਹਨਾਂ ਦੀ ਵੈਬਸਾਈਟ ਹੈ ahir.com ਜਾਂ ਫਿਰ ਈਮੇਲ ਕਰ ਸਕਦੇ ਹੋ shinda@ahir.com। ਧੰਨਵਾਦੀ ਅਸੀਂ ਸਾਰੇ ਹੀ ਸਪਾਂਸਰਸ ਦੇ ਤੇ ਐਡਵਰਟਾਈਜ਼ਰਸ ਦੇ। ਤਾਂ ਆਓ ਮੁੜ ਤੋਂ ਤੁਹਾਨੂੰ ਲੈ ਕੇ ਚੱਲੇ ਹਾਂ ਮੁੰਬਈ ਤੇ ਗੱਲਬਾਤ ਕਰਦੇ ਹਾਂ ਭੁਪਿੰਦਰ ਸਿੰਘ ਕੋਹਲੀ ਜੀ ਨਾਲ। ਸੋ ਕੋਹਲੀ ਸਾਹਿਬ, ਬ੍ਰੇਕ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਸੀ ਕਿ ਇਹ ਸਾਰਾ ਕੁਝ ਕੋਆਰਡੀਨੇਟ ਤੁਸੀਂ ਕਿਵੇਂ ਕਰਦੇ ਹੋ? ਕਿੰਨੀਆਂ ਸੰਸਥਾਵਾਂ ਇਸ ਸਮੇਂ ਜਿਨ੍ਹਾਂ ਦੇ ਜਾ ਕੇ ਤੁਸੀਂ ਇਹ ਸੇਵਾਵਾਂ ਦੇ ਰਹੇ ਹੋ ਜੀ? ਵੀਰ ਜੀ, ਬੰਬੇ ਦੇ ਵਿੱਚ 3 ਸੰਸਥਾਵਾਂ, ਇੱਕ ਬਿਰਧ ਘਰ ਹੈ, ਇੱਕ ਅਨਾਥ ਆਸ਼ਰਮ ਹੈ, ਇੱਕ ਲੈਪਰਸੀ ਹੋਮ ਹੈ। ਪਰ ਪਟਿਆਲੇ ਮੇਰਾ ਡੈਫ ਐਂਡ ਡਮ ਐਂਡ ਬਲਾਈਂਡ ਸਕੂਲ ਹੈ, ਉੱਥੇ ਵੀ ਮੇਰੀ ਰੁਚੀ ਰਹਿੰਦੀ ਹੈ। ਫਿਰ ਬੜੂ ਸਾਹਿਬ ਦੇ ਮੇਰੇ ਸਕੂਲਾਂ ਦੇ ਵਿੱਚ ਮੇਰੇ ਲੈਕਚਰਸ ਹੁੰਦੇ ਨੇ ਔਨ ਮੋਰਲ ਵੈਲਿਊਜ਼ ਦੇ ਉੱਤੇ। ਜਿੰਨੇ ਵੀ 130 ਸਕੂਲਸ ਹਨ ਉਹਨਾਂ ਵਿੱਚ ਮੇਰਾ ਮਹੀਨੇ 'ਚ 2 ਮਹੀਨੇ 'ਚ 15-20 ਸਕੂਲਾਂ ਦੇ ਵਿੱਚ ਵਿਜ਼ਿਟ ਹੁੰਦਾ। ਤੇ ਅੰਮ੍ਰਿਤਸਰ ਦੇ ਵਿੱਚ ਭਾਈ ਕਨਈਆ ਮਿਸ਼ਨ ਸੁਸਾਇਟੀ ਹੈ ਜਿਹੜੀਆਂ ਉੱਥੇ ਮੈਡੀਕਲ ਸਰਵਿਸਿਜ਼ ਵਿੱਚ ਰੁਚੀ ਰੱਖਦੇ ਨੇ, ਉਧਰ ਨਾਲ ਵੀ ਮੇਰਾ ਸਹਿਯੋਗ ਰਹਿੰਦਾ। ਔਰ ਇੱਕ ਦਿੱਲੀ 'ਚ ਹੈ ਹਿਊਮਨ ਫਾਊਂਡੇਸ਼ਨ, ਜਿਹਦੇ 'ਚ ਜਿਹੜੇ ਸਲਮ ਦੇ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ ਥੋੜਾ ਜਿਹਾ ਮਦਦ ਕਰਦੇ ਨੇ, ਹੋਰ ਕਿਡਨੀ ਦੇ ਪੇਸ਼ੈਂਟ ਵਾਸਤੇ ਥੋੜੀ ਸਹਾਇਤਾ ਦਿੰਦੇ ਨੇ। ਮੇਰਾ ਇਹਨਾਂ ਨਾਲ ਟੱਚ ਹੈ ਨਾ। I am not on a panel, but I am just either an advisor or an helping hand for them. ਜੀ, ਪਰ ਅਗੇਨ ਜਿਹੜੀ ਤੁਸੀਂ ਸਪੋਰਟ ਕਰਦੇ ਹੈਗੇ ਹੋ, ਜਿਹੜੇ ਲੋਕ ਤੁਸੀਂ ਕਿਹਾ ਖਾਣਾ ਉਹਨਾਂ ਨੂੰ ਪ੍ਰੋਵਾਈਡ ਕਰਨਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਵੀ ਕੋਵਿਡ-19 ਦੇ ਦੌਰਾਨ ਵੀ ਉਹ ਉਹਨਾਂ ਨੂੰ ਤੁਸੀਂ ਖਾਣਾ ਵੀ ਪਹੁੰਚਾ ਰਹੇ ਹੈਗੇ ਹੋ, ਸਾਰਾ ਕੁਝ ਕੰਮ ਚੱਲ ਰਿਹਾ ਉਸੇ ਤਰੀਕੇ ਨਾਲ। ਸੋ ਇਹ ਸਾਰਾ ਜਿਹੜੇ ਐਫਰਟਸ ਨੇ, ਕੀ ਤੁਸੀਂ ਸਿੰਗਲ ਹੈਂਡਡਲੀ ਇਸ ਨੂੰ ਕੋਆਰਡੀਨੇਟ ਕਰਕੇ ਚਲਾਉਂਦੇ ਹੋ ਜਾਂ ਫਿਰ ਫਰਦਰ ਅੱਗੇ ਨਾਲ ਤੁਹਾਡੇ ਕੋਈ ਸੰਸਥਾ ਤੁਸੀਂ ਬਣਾਈ ਹੈ ਜਿਸ ਨਾਲ ਕਿ ਇਹ ਕੰਮ ਹੁੰਦਾ ਹੈ? ਨਹੀਂ ਵੀਰ ਜੀ, ਸੰਸਥਾ ਤੇ ਮੈਂ ਆਪਣੀ ਨਹੀਂ ਬਣਾਈ। ਹਾਂ, ਮੇਰੀ ਵਾਈਫ ਦੇ ਨਾਂ ਦੀ ਇੱਕ ਫਾਊਂਡੇਸ਼ਨ ਜ਼ਰੂਰ ਬਣਾਈ ਹੈ, ਉਹਦਾ ਨਾਂ ਹੈ ਬੀ ਮੋਰਲ ਫਾਊਂਡੇਸ਼ਨ। ਮੇਰੀ ਵਾਈਫ ਵਾਸ ਸੀਨੀਅਰ ਆਫਿਸਰ ਇਨ ਇੰਡੀਅਨ ਨੇਵੀ ਐਂਡ ਵੈਰੀ ਫਸਟ ਡੇ ਆਫ ਆਵਰ ਮੈਰਿਜ ਇਹ ਡਿਸਾਈਡ ਕੀਤਾ ਸੀ ਕਿ ਤੁਹਾਡੀ ਆਮਦਨ ਨੂੰ ਜਾਂ ਤਾਂ ਤੁਸੀਂ ਆਪਣੇ ਤੇ ਖਰਚਾ ਕਰੋ ਜਾਂ ਦੁੱਖ ਸੁੱਖ ਵਾਸਤੇ ਰੱਖੋ ਤੇ ਜਾਂ ਉਹਨੂੰ ਸੇਵਾ ਵਿੱਚ ਪਾਇਓ ਜੀ। ਪੂਰੀ ਜ਼ਿੰਦਗੀ ਅਸੀਂ ਉਹਦੀ ਸੇਵਾ ਨੂੰ ਹੱਥ ਨਹੀਂ ਲਾਇਆ। ਐਂਡ ਗੁਰੂ ਨਾਨਕ ਦੇ ਹੁਕਮ ਅਨੁਸਾਰ 3 ਸਾਲ ਪਹਿਲੇ ਉਹ ਗੁਰੂ ਦੀ ਗੋਦ ਵਿੱਚ ਜਾ ਕੇ ਬੈਠ ਗਏ ਤੇ ਉਹਨਾਂ ਦੀ ਜਿਹੜੀਆਂ ਹੈਗੀਆਂ ਮਾਇਆ ਦੇ ਹਿਸਾਬ ਤੇ ਹੀ ਜਿਹੜੀ ਉਹਦੀ ਆਮਦਨ ਇਕੱਠੀ ਹੋਈ ਸੀ ਉਹਦੇ ਤੋਂ ਹੀ ਇਹ ਸੇਵਾ ਹੁੰਦੀਆਂ ਨੇ। ਉਹ ਮੈਮੋਰੀਅਲ ਫਾਊਂਡੇਸ਼ਨ ਵਿੱਚ ਬੰਦੇ ਹੈਗੇ, ਪਰ ਉਹਦੇ ਪ੍ਰਧਾਨ ਸੈਕਟਰੀ ਕੋਈ ਨਹੀਂ। ਇਟ ਇਜ਼ ਓਨਲੀ ਔਰ ਇਟ ਇਜ਼ ਬਿਲਕੁਲੀ ਅ ਯੂਨਿਕ ਫਾਊਂਡੇਸ਼ਨ ਜਿਹਦੇ 'ਚ 4 ਮੈਂਬਰ ਬਣਾਏ ਨੇ ਜਿਹੜੇ ਚਾਰੋਂ ਅਲੱਗ-ਅਲੱਗ ਕੌਮ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ। ਉਹਦੇ 'ਚ ਮੇਰਾ ਆਪਣਾ ਰੋਲ ਹੀ ਨਹੀਂ, ਆਈ ਐਮ ਜਸਟ ਬਿਹਾਈਂਡ ਦ ਕਰਟਨ। ਆਲ 4 ਮੈਂਬਰਸ ਆਰ ਫਰਮ ਦ ਡਿਫਰੈਂਟ ਕਮਿਊਨਿਟੀਜ਼ ਐਂਡ ਉਹਦੇ ਥਰੂ ਸਾਡੇ ਕੰਮ ਹੁੰਦੇ ਨੇ ਜਿਹੜੀ ਸੇਵਾ ਦੇ। ਹਾਂ, ਜਦੋਂ ਅਗਰ ਕਿਸੇ ਦੀ ਲੋੜ ਪੈਂਦੀ ਹੈ ਕੋਈ ਸਹਾਇਤਾ ਦੀ, ਜਿਸ ਤਰ੍ਹਾਂ ਉਹਨੇ ਰਾਸ਼ਨ ਪਹੁੰਚਾਉਣ ਦੀ ਗੱਲ ਆਉਂਦੀ ਹੈ, ਦਵਾਈਆਂ ਇਕੱਠੀਆਂ ਕਰਕੇ ਲੈ ਕੇ ਆਉਣ ਦੀ ਗੱਲ ਹੁੰਦੀ ਹੈ, ਤੇ ਕੱਪੜੇ ਇਕੱਠੇ ਕਰਨ ਦੀ ਗੱਲ ਹੁੰਦੀ ਹੈ, ਉਸ ਵੇਲੇ ਜਦੋਂ ਕਿਨੂੰ ਕਾਲ ਕਰੀਏ ਉਹ ਵੋਲੰਟੀਅਰ ਜ਼ਰੂਰ ਆ ਜਾ ਔਰ ਆਪਣੀ ਸੇਵਾ ਨਿਭਾ ਦਿੰਦਾ ਜੀ। ਇੰਨਾ ਸਾਰਾ ਕੁਝ ਜਦੋਂ ਕਰਦੇ ਹੋ ਤੇ ਕੀ ਮਿਲਦਾ ਹੈ ਤੁਹਾਨੂੰ ਇਹ ਸਭ ਕੁਝ ਕਰਕੇ? ਇਹ ਜ਼ਰੂਰ ਜਾਣਨਾ ਚਾਹੋਗੇ ਕਿਉਂਕਿ ਇੱਕ ਮੈਸੇਜ ਜਿਹੜਾ ਅੱਜ ਸਾਡੀ ਖਾਸ ਤੌਰ 'ਤੇ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੇ ਵਿਊਅਰਸ ਅੱਜ ਪ੍ਰੋਗਰਾਮ ਦੇਖ ਰਹੇ ਨੇ, ਤੁਹਾਡੀ ਜ਼ਿੰਦਗੀ ਤੋਂ ਕੀ ਸਬਕ ਲੈ ਸਕਦੇ ਹੈਗੇ ਨੇ ਤੇ ਤੁਹਾਨੂੰ ਇਹ ਸਭ ਕੁਝ ਕਰਕੇ ਕਿਹੋ ਜਿਹੀ ਸੰਤੁਸ਼ਟੀ ਮਿਲਦੀ ਹੈਗੀ ਹੈ? ਵੀਰ ਜੀ, ਜਦੋਂ ਮੈਂ ਸ਼ੁਰੂ ਵੇਲੇ ਚਾਲੂ ਕੀਤਾ ਸੀ ਕੰਮ, ਤੇ ਮੈਂ ਆਫਿਸ ਤੋਂ ਸ਼ਾਮ ਨੂੰ ਆਉਣਾ 6-6:30 ਵਜੇ, ਚਾਹ ਪਾਣੀ ਪੀ ਕੇ ਫਿਰ ਮੈਂ ਚਲਾ ਜਾਂਦਾ ਸੀ ਇੱਕ ਹਸਪੀਟਲ ਡਿਊਟੀ ਤੇ। ਉਹ ਸਿਵਲ ਡਿਫੈਂਸ ਦੀ ਡਿਊਟੀ ਹੁੰਦੀ ਸੀ ਸਾਡੀ, ਮੈਡੀਕਲ ਦੀ। ਤੇ ਸਿਵਲ ਡਿਫੈਂਸ ਤੋਂ ਬਾਅਦ ਫਿਰ ਮੈਂ ਉੱਥੋਂ ਦੀ ਗੁਰਦੁਆਰੇ ਦਰਸ਼ਨ ਕਰਕੇ ਘਰ ਆ ਕੇ ਲੰਗਰ ਛਕ ਕੇ ਫਿਰ ਮੈਂ ਟ੍ਰੈਫਿਕ ਵਾਰਡਨ ਚਲਾ ਜਾਂਦਾ ਸੀਗਾ। ਉੱਥੇ ਟ੍ਰੈਫਿਕ ਕੰਟਰੋਲ ਕਰਦਾ ਹੁੰਦਾ ਸੀ ਅੰਡਰ ਅਫਕੋਰਸ ਵਿਦ ਦ ਸੀਨੀਅਰ ਅੰਡਰ ਸੁਪਰਵਿਜ਼ਨ। ਤੇ ਰਾਤੀ ਮੈਂ 10-11 ਤੋਂ ਬਾਅਦ ਘਰ ਆਉਣਾ ਤੇ ਮੈਨੂੰ ਰੋਜ਼ ਮੇਰੇ ਫਾਦਰ ਪੁੱਛਦੇ ਹੁੰਦੇ ਸੀ ਕਿ ਵੀ ਤੂੰ ਇਹ ਸਾਰਾ ਕੁਝ ਕਰਨਾ ਤੇ ਤੈਨੂੰ ਮਿਲਦਾ ਕਿਵੇਂ? ਤੇ ਮੇਰਾ ਇੱਕ ਹੀ ਜਵਾਬ ਹੁੰਦਾ ਸੀ ਕਿ ਵੀ ਜੇ ਗੁਰੂ ਨਾਨਕ ਨੇ ਮੈਨੂੰ ਸਿਹਤ ਦਿੱਤੀ ਹੈ, ਅੱਛੀ ਨੌਕਰੀ ਦਿੱਤੀ ਹੈ, ਪਰਿਵਾਰ ਦਿੱਤਾ ਹੈ, ਕਾਰੋਬਾਰ ਦਿੱਤਾ ਹੈ, ਪੜ੍ਹਾਈ ਲਿਖਾਈ ਦਿੱਤੀ ਹੋਈ ਹੈ, ਸਮਾਜ ਵਿੱਚ ਮੇਰੀ ਇੱਜ਼ਤ ਮਾਣ ਦਿੱਤੀ ਹੋਈ ਹੈ, ਤੇ ਮੈਨੂੰ ਹੋਰ ਚਾਹੀਦਾ ਕੀ ਹੈ? I have to give to the society also where I have earned. So मैंने एक slogan याद ਹੁੰਦਾ ਹੈ ਕਿ first 25 years of your life you learn। ਤੁਹਾਡੀ ਇੱਕ ਉਮਰ ਹੁੰਦੀ ਹੈ, next 25
you earn, that is up to 50 you earn, and rest you return. ਉਹ ਰਿਟਰਨ ਵੀ ਤੇ ਸਾਡੀ ਪ੍ਰਿੰਸੀਪਲ ਹੋਣੀ ਚਾਹੀਦੀ ਜਿਹੜੀ ਗੁਰੂ ਨਾਨਕ ਦੀ ਆਈਡੀਓਲੋਜੀ ਹੈ ਸਾਡੀ। ਜੀ ਬਹੁਤ ਖੂਬ, ਬਹੁਤ ਸੋਹਣਾ ਤੁਹਾਡਾ ਸਲੋਗਨ ਜਿਹੜਾ ਤੁਸੀਂ ਕਹਿ ਰਹੇ ਹੋ ਜੀ, ਕਿ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਮਨੁੱਖਤਾ ਦੀ ਸੇਵਾ ਬਿਨਾਂ ਭੇਦਭਾਵ ਤੋਂ ਜੋ ਤੁਸੀਂ ਕਰ ਰਹੇ ਹੋ, ਇਹ ਵਾਕਈ 'ਚ ਕਾਬਲੇ ਤਾਰੀਫ ਹੈਗੀ ਹੈ। ਫਰਦਰ ਪਲਾਨਸ ਕੀ ਹੈਗੇ ਨੇ ਤੁਹਾਡੇ? ਵੀਰ ਜੀ ਪਲਾਨਿੰਗ ਤਾਂ ਮੈਂ ਕੁਝ ਨਹੀਂ ਕਰਦਾ, ਔਰ ਮੈਂ ਕਹਿੰਦਾ ਵੀ ਹਾਂ ਕਿ ਪਲਾਨਿੰਗ ਕਰਨੀ ਨਹੀਂ ਚਾਹੀਦੀ, ਕਿਉਂਕਿ ਪਲਾਨਿੰਗ ਦਾ ਮਤਲਬ ਹੁੰਦਾ ਹੈ ਕਿ ਵੀ ਸਾਹਮਣੇ ਕੋਈ ਦੁੱਖ ਆਵੇ ਔਰ ਮੈਂ ਉਹਦਾ ਨਿਵਾਰਨ ਕਰਾਂ। ਮੈਂ ਤਾਂ ਕਹਿੰਦਾ ਦੁੱਖ ਆਵੇ ਹੀ ਨਾ, ਔਰ ਸਰਬਤ ਦਾ ਭਲਾ ਹੋਵੇ, ਔਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲੇ ਦੀ ਗੱਲ ਕਰੀਏ। ਤਾਂ ਜਦੋਂ ਦੁੱਖ ਆ ਜਾਏ ਦੈਨ ਆਈ ਲੁੱਕ ਐਟ ਦਾ ਲੋਕੇਸ਼ਨ ਕਿ ਵੀ ਇਹ ਉੱਥੇ ਹੁਣ ਅਸੀਂ ਕੀ ਕਰ ਸਕਦੇ ਹਾਂ। ਜਦੋਂ ਕੋਈ ਪ੍ਰੋਜੈਕਟ ਆਉਂਦਾ ਮੇਰਾ ਉਹ ਸਾਰੇ ਪ੍ਰੋਜੈਕਟ ਡਾਕੂਮੈਂਟਡ। You asked me right from 1982 till yesterday. Whatever penny I have spent in any of the project, everything is there in my record. Wonderful. और इतनी ट्रांसपेरेंसी होती है कि भी ਤੁਸੀਂ ਜਿਹੜੇ ਬੰਦੇ ਨੇ ਅਗਰ ਰੁਪਇਆ ਵੀ ਦਿੱਤਾ ਨਾ ਅੱਜ ਤੋਂ 20 ਸਾਲ ਪਹਿਲੇ, ਮੈਂ ਉਹਦਾ ਰਿਕਾਰਡ ਦੱਸ ਸਕਦਾ ਕਿ 20 ਸਾਲ ਪਹਿਲੇ ਤੁਹਾਡਾ ਰੁਪਇਆ ਗਿਆ ਕਿੱਥੇ ਜਗ੍ਹਾ ਤੇ। ਤੇ ਇਹ ਮੈਂ ਹੁਣ ਪਲਾਨ ਕੁਝ ਨਹੀਂ ਕਰਦਾ। ਜਦੋਂ ਕੋਈ ਪ੍ਰੋਜੈਕਟ ਆਉਂਦਾ ਉਸ ਵੇਲੇ ਮੈਂ ਪ੍ਰੋਜੈਕਟ ਬਣਾਉਣਾ, ਉਹਦਾ ਡਿਟੇਲ ਬਣਾ ਕੇ ਉਹਦੀ ਸਿੰਕਰਨਾਈਜ਼, ਉਹਦੀ ਸਕਰੂਟਨੀ ਕਰਨਾ, ਉਹਦੇ ਡਾਕੂਮੈਂਟੇਸ਼ਨ ਕਰਕੇ then I send it to the people and people ask ਕਿ ਵੀ ਇਹ ਪ੍ਰੋਜੈਕਟ ਮੇਰੇ ਵੱਲੋਂ ਸਪਾਂਸਰ ਹੈ, ਇਹ ਪ੍ਰੋਜੈਕਟ ਮੇਰੇ ਵੱਲੋਂ ਸਪਾਂਸਰ ਹੈ। ਭਾਵੇਂ ਉਹ ਮੈਂ ਬੇਸਿਕਲੀ ਕਿੰਨੀ ਪ੍ਰੋਜੈਕਟ ਲੈਂਦੇ ਆ। ਪਹਿਲਾ ਤੇ ਹੈ ਉਹ ਹੈ ਕਿ ਵੀ ਵਿਡੋਸ ਦੇ ਜਿਨ੍ਹਾਂ ਦੇ ਰਾਸ਼ਨ ਪਾਣੀ ਵਾਸਤੇ। ਦੂਸਰਾ ਹੈ ਐਜੂਕੇਸ਼ਨ ਦਾ, ਖਾਸ ਤੌਰ ਤੇ ਲੜਕੀਆਂ ਦੇ। not girls only, but major girls education. And third is the senior citizen pension. Senior citizen ਜਿਹੜੇ ਨਾ ਬੜੀ ਬੁਰੀ ਹਾਲਤ ਵਿੱਚ ਹਨ। ਸਾਨੂੰ ਤੇ ਉਲਟਾ ਗੁਰੂ ਨਾਨਕ ਦੀ ਨੇ ਤੇ ਬਿਰਧ ਘਰ ਦੀ ਪਾਲਿਸੀ ਸਾਡੀ ਨਹੀਂ ਸੀ, ਪਰ ਅੱਜ ਬਦਕਿਸਮਤੀ ਹੈ ਕਿ ਵੀ ਸਾਡੇ ਵੀ ਕਈ ਪਰਿਵਾਰ, ਕਈ ਬਜ਼ੁਰਗ ਐਸੀ ਅਵਸਥਾ 'ਚ ਹੈਗੇ ਜਿੱਥੇ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ। ਉਹਨਾਂ ਵਾਸਤੇ ਵੀ ਇੱਕ ਸਟਿਪੂਲੇਟਡ ਅਮਾਊਂਟ ਦਾ ਪੈਨਸ਼ਨ ਲਾ ਦੇਦਾ, ਤਾਂ ਜੋ ਉਹਨਾਂ ਨੂੰ ਵੀ ਆਪਣੇ ਮਾਣ ਹੋਵੇ ਕਿ ਵੀ ਮੈਂ ਵੀ ਕੁਝ ਕਮਾ ਰਿਹਾ, ਮੇਰੀ ਪੈਨਸ਼ਨ ਚੱਲ ਰਹੀ। ਸੋ ਭੁਪਿੰਦਰ ਸਿੰਘ ਕੋਹਲੀ ਜੀ, ਇਹ ਸਾਰਾ ਜਿਹੜਾ ਤੁਸੀਂ ਦੱਸਿਆ ਹੁਣ ਤੱਕ ਟਰਾਂਸਪੇਰੈਂਸੀ, ਜਿਸ ਦਾ ਮੈਂ ਪਹਿਲਾਂ ਪੁੱਛਿਆ ਸੀ, ਕਿਉਂਕਿ ਲੋਕਾਂ ਦਾ ਵਿਸ਼ਵਾਸ, ਲੋਕ ਦੇਣਾ ਚਾਹੁੰਦੇ ਨੇ, ਸਪੋਰਟ ਕਰਨਾ ਚਾਹੁੰਦੇ ਨੇ, ਪਰ ਟਰਾਂਸਪੇਰੈਂਸੀ ਮੰਗ ਕਰਦੇ ਨੇ। ਉਹ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਹਾਡੇ ਕੋਲ ਪੈਨੀ ਦਾ ਅਕਾਊਂਟ ਹੈਗਾ। ਟੋਟਲ ਐਕਸਪੈਂਡੀਚਰ ਰਫਲੀ ਜੇ ਤੁਹਾਨੂੰ ਕੁਝ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸ ਸਕੋ ਕਿ ਕਿੰਨਾ ਕੁ ਮਹੀਨੇ ਦਾ ਖਰਚਾ ਜਿਹੜਾ ਹੈ ਉਹ ਹੁੰਦਾ ਹੈਗਾ? ਵੀਰ ਜੀ ਮੈਂ ਨਾ ਹਰ ਸਾਲ ਦੀ ਇੱਕ ਰਿਪੋਰਟ ਬਣਾਉਣਾ ਜੀ। ਇਹ ਇੱਕ ਹੰਕਾਰ ਦੀ ਗੱਲ ਨਹੀਂ ਹੁੰਦੀ, ਮੈਂ ਸਿਰਫ ਪ੍ਰਸ਼ਨ ਕਰਕੇ ਰੱਖਣਾ ਤਾਂ ਜੋ ਮੇਰੇ ਜ਼ਹਿਨ ਵਿੱਚ ਰਹੇ ਕਿ ਵੀ ਪ੍ਰੋਜੈਕਟ ਕਿੱਥੇ ਹੈ, ਕਿੱਥੇ ਜਾ ਰਿਹਾ, ਕਿੱਥੋਂ ਆਉਂਦਾ ਪਿਆ, ਕੌਣ ਕਰਦਾ ਪਿਆ, ਕੌਣ ਲੈ ਰਿਹਾ। ਪਿਛਲੇ ਸਾਲ ਮੈਂ ਜਨਵਰੀ ਤੋਂ ਦਸੰਬਰ ਦਾ ਕਰਨਾ, ਐਤਕੀ ਮੈਂ ਜਨਵਰੀ ਤੋਂ ਲੈ ਕੇ ਮਾਰਚ ਤੱਕ ਕੀਤਾ, ਮਤਲਬ ਕਰੀਬਨ 15 ਮਹੀਨੇ ਦਾ। ਮਹੀਨੇ 'ਚ 13 ਲੱਖ ਰੁਪਏ ਦੇ ਆਸ-ਪਾਸ ਦੇ ਪ੍ਰੋਜੈਕਟ ਹੋਏ ਹੈ, ਔਰ 49 projects ਹੋਏ from 9 different places in the country. ਮਤਲਬ ਮੇਰੀ ਜੂਰਿਸਡਿਕਸ਼ਨ ਬੰਬੇ ਨਹੀਂ ਹੁੰਦੀ, ਮੇਰੇ ਕੋਲ ਮਿਜ਼ੋਰਮ ਤੋਂ ਵੀ ਕੇਸਸ ਆ ਜਾਂਦੇ ਹਨ, ਕਲਕੱਤੇ ਤੋਂ ਵੀ, ਬੈਰਕਪੁਰ ਤੋਂ ਵੀ ਇੱਕ ਆ ਗਿਆ ਪਿਛਲੇ ਮਹੀਨੇ, ਕੈਂਸਰ ਦਾ ਪੇਸ਼ੈਂਟ ਆ ਗਿਆ, ਦੈਨ MP ਤੋਂ ਆ ਗਏ ਕੇਸਸ। ਇਹ ਸਾਰਾ ਰਿਕਾਰਡ ਮੇਰੇ ਕੋਲ ਹੈਗਾ, ਅਲੱਗ-ਅਲੱਗ ਸ਼ਹਿਰਾਂ ਤੋਂ ਆਉਂਦੇ। ਹਾਂ, ਮੈਂ ਇਹ ਬੜੀ ਲਿਮਿਟੇਸ਼ਨ ਰੱਖਣਾ ਹੁੰਦਾ ਕਿ ਕਿਸ ਨੂੰ ਕਿੰਨਾ ਦੇਣਾ, ਕਿੰਨੇ ਕਾਬਲੀਅਤ ਹੈ, ਜਾਂ ਕਿੰਨੀ ਮੈਂ ਕਿਸੇ ਕੋਲ ਇਕੱਠਾ ਕਰਕੇ ਦੇ ਸਕਦਾ, ਜਾਂ ਆਪਣੀ ਸਮਰੱਥਾ ਦੇ ਅਨੁਸਾਰ ਸਾਡੇ ਆਪਣੇ ਦਸਵੰਧ ਤੋਂ ਕਿੰਨਾ ਕੱਢ ਕੇ ਦੇ ਸਕਦਾ, ਦੈਟ ਆਈ ਡਿਸਾਈਡ। ਔਰ ਜਿਹੜਾ ਅਗਰ ਸਪਾਂਸਰ ਵੀ ਹੈ ਉਹਨੂੰ ਇਹ ਦੱਸ ਦੇਦਾ ਕਿ ਵੀ ਤੈਨੂੰ ਇਸ ਦੇ ਉੱਤੇ ਬੋਝ ਨਹੀਂ ਪਾਉਣਾ, ਤੂੰ ਭਾਵੇਂ ਰੁਪਇਆ ਦੇ, ਭਾਵੇਂ ਪੂਰਾ ਅਮਾਊਂਟ ਦੇ। ਉਹ ਕਈ ਉਹਦੇ 'ਚ ਐਜੂਕੇਸ਼ਨ ਦੇ ਵਾਸਤੇ ਸਪਾਂਸਰ ਹਨ, ਉਹ ਪੂਰੀ ਦੀ ਪੂਰੀ ਸਾਲ ਦੀ ਫੀਸ ਭਰਦੇ, ਇਕੱਠੀ ਭਰਦੇ। ਉਹ ਦੁਬਈ ਤੋਂ ਵੀ ਕਈ ਪੇਸ਼ੈਂਟ ਵੀਰ ਮੇਰੇ ਉੱਥੇ ਦੇ ਸੇਵਾ ਕਰਦੇ ਨੇ, ਫੀਸਾਂ ਦੇ ਲੋਕਲੀ ਵੀ ਬੜੇ ਹੈਗੇ ਨੇ ਭਰਨ ਵਾਸਤੇ। ਪਰ ਉਹਨਾਂ ਨੂੰ ਮੈਂ ਪ੍ਰੋਜੈਕਟ ਬਣਾ ਕੇ ਭੇਜਣਾ, ਔਰ ਉਹਨਾਂ ਨੂੰ ਡਾਇਰੈਕਟਲੀ ਕਹਿਣਾ ਕਿ ਵੀ ਮੈਂ ਆਈ ਐਮ ਜਸਟ ਅ ਪੋਸਟਮੈਨ, ਇਨਫਾਰਮ ਕਰ ਰਿਹਾ ਕਿ ਇਹ ਲੋੜਵੰਦ ਹੈ, ਤੁਸੀਂ ਜਾਣੋ ਦੇਣ ਵਾਲਾ ਔਰ ਲੈਣ ਵਾਲਾ। ਡਾਇਰੈਕਟਲੀ ਯੂ ਪੇ ਦ ਸਕੂਲ ਐਂਡ I will send you the document, that's all. Wow. So nowhere in receive the amount. Right. Well, that's really commendable. ਜਿਹੜਾ ਤੁਸੀਂ ਸਰਵਿਸਿਜ਼ ਦੇ ਰਹੇ ਹੋ ਭੁਪਿੰਦਰ ਸਿੰਘ ਕੋਹਲੀ ਜੀ, ਬਹੁਤ ਮਾਣ ਹੈਗਾ। ਅਖੀਰ ਦੇ ਵਿੱਚ ਇਹ ਜ਼ਿੰਦਗੀ ਦਾ ਐਕਸਪੀਰੀਅੰਸ ਜੋ ਤੁਸੀਂ ਗੇਨ ਕੀਤਾ ਹੈ, ਕੀ ਮੈਸੇਜ ਅੱਜ ਸਾਡੇ ਵਿਊਅਰਸ ਨੂੰ ਦੇਣਾ ਚਾਹੋਗੇ, ਜਿਹੜਾ ਕਿ
ਕੋਈ ਵੀ ਜੇਕਰ ਆ ਕੇ ਇਹ ਮਿਸ਼ਨ ਦੇ ਵਿੱਚ ਸਪੋਰਟ ਕਰਨਾ ਚਾਹੁੰਦਾ ਹੈ ਤੁਹਾਨੂੰ, ਤੁਹਾਡੀ ਕੋਈ ਈਮੇਲ, ਕੋਈ ਫ਼ੋਨ ਨੰਬਰ, ਉਹ ਵੀ ਜ਼ਰੂਰ ਦਿੰਦੇ ਜਾਓ ਤਾਂ ਕਿ ਇਸ ਨੇਕ ਕੰਮ ਦੇ ਵਿੱਚ ਕੋਈ ਜੇ ਅੱਗੇ ਆ ਕੇ ਸਪੋਰਟ ਕਰਨਾ ਚਾਹੇ ਤਾਂ ਉਹ ਵੀ ਆ ਸਕੇ। ਵੀਰ ਜੀ, ਮੈਂ ਤੇ ਇੱਕ ਤੇ ਸਾਰੀ ਮਨੁੱਖਤਾ ਨੂੰ, ਪੂਰੀ ਦੁਨੀਆ ਦੇ ਸਾਰੇ ਹਿਊਮੈਨਿਟੀਅਨ ਜਿਹੜੇ ਮਨ ਵਿੱਚ ਦਰਦ ਵੀ ਰੱਖਦੇ ਨੇ ਕਿ ਸਮਾਜ ਵਾਸਤੇ ਭਲਾਈ ਦੇ ਕੁਝ ਕੰਮ ਕਰਨ ਕਾਬਿਲ ਹੈ ਨਹੀਂ ਹੈ, ਸਮਰੱਥਾ ਰੱਖਦੇ ਨੇ ਨਹੀਂ ਰੱਖਦੇ ਨੇ, ਲੇਕਿਨ ਮਨ ਵਿੱਚ ਲਿਆ ਦੇਣਾ, ਇੱਕ ਸਿਰਫ ਦਿਲ ਵਿੱਚ ਚਿੰਗਾਰੀ ਆ ਜਾਏ ਨਾ ਕਿ ਵੀ ਮੈਂ ਸਮਾਜ ਦੇ ਵਾਸਤੇ ਕੁਝ ਕਰਨਾ ਚਾਹਨਾ, ਮੈਂ ਕਹਿਣਾ ਉਹ ਵੀ ਇੱਕ ਸਮਾਜ ਸੇਵਾ ਹੀ ਹੈ। ਬਿਲਕੁਲ ਮਨ ਦੇ ਵਿੱਚ ਆ ਜਾਣਾ, ਕਰਨਾ ਦੂਰ ਦੀ ਗੱਲ, ਕਰੋ ਤੇ ਜ਼ਰੂਰ ਕਰੋ ਜਿਸ ਤੁਹਾਡੇ ਕੋਲ ਸਮਰੱਥਾ ਹੈ। ਭਾਵੇਂ ਉਹ ਜਦੋਂ ਤਿੰਨੋਂ ਤਰੀਕੇ ਹਨ, ਮਨ, ਬਚ, ਕਰਮ, ਜਾਂ ਮਨ ਦੇ ਨਾਲ ਤੁਸੀਂ ਕਿਸੇ ਦੀ ਸੇਵਾ ਕਰ ਦੋ, ਜਾਂ ਬਚਨਾਂ ਨਾਲ ਕਰ ਦੋ, ਕਿਸੇ ਨੂੰ ਬੋਲ ਕੇ, ਮਿੱਠੇ ਬੋਲ ਕੇ, ਜੀ, ਜਾਂ ਤੁਸੀਂ ਕਰਮਾਂ ਨਾਲ, ਹੱਥਾਂ ਨਾਲ ਸੇਵਾ ਕਰ ਸਕਦੇ ਹੋ। ਤੇ ਇਹ ਮੇਰੀ ਇੱਕ ਛੋਟੀ ਜਿਹੀ ਕਿਤਾਬ ਹੀ ਛਪੀ, ਉਹਦੇ ਵਿੱਚ ਛੋਟੇ ਛੋਟੇ ਆਰਟੀਕਲਸ ਵੀ ਮੋਰਲ ਵੈਲਿਊਜ਼ ਦੇ ਲਿਖੇ ਹੋਏ ਮੈਂ। ਜੀ, ਤੇ ਮੈਂ ਕਹਿਣਾ ਕਿ ਵੀ ਜੇ ਤੁਸੀਂ ਕਰਨਾ ਚਾਹੋ ਤੇ ਗੁਰੂ ਨਾਨਕ ਨੇ ਰਸਤੇ ਆਪ ਹੀ ਲਗਾ ਢੂੰਡਦਾ ਹੈ। ਮਨ ਦੇ ਵਿੱਚ ਵਰਡ ਮੈਂ ਨਹੀਂ ਕਰ ਸਕਦਾ, I am alone, I don't have any organization, I don't have fund, I don't have time, so these are all the excuses। ਪਰ ਜ਼ਰੂਰ ਇਹ ਕੋਸ਼ਿਸ਼ ਕਰੋ ਕਿ ਵੀ ਮੈਂ, ਕਿਉਂਕਿ ਅਸੀਂ ਗੁਰੂ ਨਾਨਕ ਦੇ ਮਿਸ਼ਨ ਨੂੰ ਮੰਨਣਾ, ਅਸੀਂ ਮੈਂ ਗੁਰੂ ਨਾਨਕ ਨੂੰ ਮੰਨਣਾ, ਮਨਾਉਣਾ ਨਹੀਂ ਹੈ। ਬਿਲਕੁਲ ਮਨਾਓ ਜ਼ਰੂਰ, ਖੁਸ਼ੀ ਤੇ ਮਨਾਉਣੀ ਹੈ, ਲੇਕਿਨ ਉਸ ਤੋਂ ਬਾਅਦ ਹੈ ਕਿ ਗੁਰੂ ਨੂੰ ਮੰਨਣਾ ਹੈ। ਗੁਰੂ ਕਹਿੰਦਾ ਕੀ ਹੈ? ਉਹ ਇਹ ਕਹਿੰਦਾ ਹੈ ਕਿ ਵੀ ਮਾਨੁਖ ਕੀ ਜਾਤ ਸਭੇ ਏਕ ਹੈ ਪਹਿਚਾਨ ਕੋ, ਔਰ ਸੇਵਾ ਕਰੀ ਜਾ। ਸੇਵਾ ਤੁਹਾਡੇ ਵਾਸਤੇ ਇੱਕ ਆਪਣੀ ਐਨਰਜੀ ਹੈ। ਟੂ ਬੀ ਵੈਰੀ ਫਰੈਂਕ, ਆਈ ਐਮ ਨਾਓ 60 years old। ਗੁਰੂ ਨਾਨਕ ਦੀ ਰਹਿਮਤ ਹੈ ਕਿ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਔਰ ਕੋਸ਼ਿਸ਼ ਕਰੀ ਦਾ ਸੰਪਰਕ ਕਰਨਾ ਹੋਏ ਕੋਲੀ ਸਾਹਿਬ, ਕਿੱਥੇ ਤੁਹਾਨੂੰ ਫੋਨ ਜਾਂ ਈਮੇਲ ਕੀਤੀ ਜਾ ਸਕਦੀ ਹੈ? ਹਾਂ ਵੀਰ ਜੀ, ਮੇਰਾ ਮੋਬਾਈਲ ਨੰਬਰ ਹੈ 9821421058। ਆਈ ਵਿਲ ਰਿਪੀਟ 9821421058। ਮੇਰਾ ਈਮੇਲ ਹੈ ਕਨਈਆ ਜੀ, ਕਿਉਂਕਿ ਮੇਰਾ ਉਹ ਰੋਲ ਮਾਡਲ ਰਹਿਣ ਭਾਈ ਕਨਈਆ ਜੀ, ਇਸ ਕਰਕੇ ਮੈਂ ਮੇਰਾ ਸਾਰਾ ਕੁਝ ਕਨਈਆ ਜੀ ਰੱਖਣਾ ਨਾ, ਬਟ ਇਟਸ ਸਪੈਲਿੰਗ ਇਜ਼ GHANAIYAJI@gmail.com। Again I repeat, GHANAIYAJI@gmail.com। ਵੈਸੇ ਮੇਰਾ ਸਾਰਾ ਕੁਝ, ਸਾਨੂੰ ਬੜਾ ਮਾਣ ਹੈ ਤੁਹਾਡੇ ਉੱਤੇ। ਥੈਂਕ ਯੂ ਵੈਰੀ ਮੱਚ, ਤੁਸੀਂ ਸਮਾਂ ਕੱਢਿਆ ਅੱਜ, ਤੇ ਸਾਡੇ ਅੱਜ ਦਰਸ਼ਕਾਂ ਨਾਲ ਦੁਨੀਆ ਭਰ ਦੇ ਵਿੱਚ ਜਿਹੜਾ ਅੱਜ ਪ੍ਰੋਗਰਾਮ ਦੇਖ ਰਹੇ ਨੇ ਉਸ ਦੇ ਵਿੱਚ ਤੁਸੀਂ ਸਾਂਝ ਪਾ ਕੇ ਇਹ ਮੈਸੇਜ ਦਿੱਤਾ ਹੈ ਕਿ ਮਨੁੱਖਤਾ ਦੀ ਸੇਵਾ ਹੀ ਅਸਲ ਵਿੱਚ ਸਹੀ ਧਰਮ ਹੈਗਾ। We are proud you are the true hero of the nation, and we salute you for the services that you are rendering to all those helpless people who need help. Thank you very much, and we hope from this program a lot of people will be joining you in this mission of further supporting the people who require help. ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ, ਤੇ ਨਾਲ ਹੀ ਤੁਹਾਡਾ ਤੇ ਤੁਹਾਡੇ ਮਾਤਾ ਜੀ ਦਾ, ਜਿਹੜੇ ਕਿ ਅੱਜ ਵੀ 90 ਸਾਲ ਦੀ ਵੱਧ ਉਮਰ ਹੋਣ ਦੇ ਬਾਵਜੂਦ ਉਹ ਸੇਵਾ ਕਰ ਰਹੇ ਨੇ, ਤੇ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨ ਦਾ ਕਨਸੈਪਟ ਸੀ, ਬਿਨਾਂ ਭੇਦਭਾਵ ਦੇ, ਰੰਗ, ਭੇਦ, ਧਰਮ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਸੇਵਾ ਕਰਨੇ। ਵਾਂਸ ਅਗੇਨ ਥੈਂਕ ਯੂ ਵੈਰੀ ਮਚ ਐਂਡ ਬੈਸਟ। ਮਾਤਾ ਜੀ ਫਤਿਹ ਬੁਲਾ ਸਕਦੇ ਨੇ ਜੀ? ਜੀ ਬਿਲਕੁਲ, ਕਿਉਂ ਨਹੀਂ ਜੀ, ਬਿਲਕੁਲ ਨਾਲ ਲੈ ਆਓ ਤੁਸੀਂ, ਤੇ ਇੱਥੇ ਹੀ ਕਰ ਲਓ ਜੀ, ਆ ਜਾਓ ਜ਼ਰੂਰ, ਵਾਈ ਨਾਟ। ਮਾਤਾ ਜੀ ਉਹਨਾਂ ਦੀ ਇੱਛਾ ਸੀ ਕਿ ਸਾਰੇ ਜ਼ਰੂਰ, ਮੋਸਟ ਵੈਲਕਮ ਜੀ। ਖਾਲੀ ਫਤਿਹ ਬੁਲਾ ਦਿਓ। ਇਹ ਫਾਇਦਾ ਹੈ ਜੀ ਅੱਜ ਕੱਲ੍ਹ ਇੰਟਰਨੈਟ ਦੇ ਇਸ ਯੁੱਗ ਦੇ ਵਿੱਚ ਕਿ ਅਸੀਂ ਦੁਨੀਆ 'ਚ ਜਿੱਥੇ ਮਰਜ਼ੀ ਜਾ ਕੇ ਇਕੱਠੇ ਹੋ ਕੇ ਜੋ ਮੈਸੇਜ ਹੈ ਸਹੀ ਮਨੁੱਖਤਾ ਦਾ ਉਹ ਦੇ ਸਕਨੇ ਹਾਂ। ਸੋ ਤੁਸੀਂ ਬਸ ਮਾਤਾ ਜੀ ਕੋਲੋਂ ਵੈਸੇ ਹੀ ਫਤਿਹ ਬੁਲਵਾ ਦਿਓ ਜੀ ਸਾਨੂੰ। ਭੁਪਿੰਦਰ ਸਿੰਘ ਜੀ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਇਹ ਸੇਵਾਵਾਂ ਨਿਭਾ ਰਹੇ ਹੋ। ਸਾਨੂੰ ਬੜਾ ਮਾਣ ਹੈਗਾ ਹੈ, ਤੁਸੀਂ ਸਾਡੇ ਆਦਰਸ਼ ਮਾਡਲ ਹੈਗੇ ਹੋ, ਤੇ ਅਸੀਂ ਤੁਹਾਡੇ ਜੀਵਨ 'ਚੋਂ ਬਹੁਤ ਕੁਝ ਸਿੱਖਿਆ, ਤੇ ਭੁਪਿੰਦਰ ਸਿੰਘ ਕੋਹਲੀ ਜੀ ਨੇ ਦੱਸਿਆ। ਤੁਹਾਡਾ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭੁਪਿੰਦਰ ਸਿੰਘ ਕੋਹਲੀ ਤੇ ਉਹਨਾਂ ਦੇ ਮਾਤਾ ਜੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਸਾਂਝ ਪਾਈ ਹੈਗੀ ਹੈ। ਦੁਨੀਆ ਭਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਐਸੀਆਂ ਸ਼ਖਸੀਅਤਾਂ ਨੇ, ਕਈ ਐਸੇ ਇਨਸਾਨ ਨੇ ਜਿਨ੍ਹਾਂ ਕੋਲ ਕਿ ਬਹੁਤ ਸਾਰੇ ਰਿਸੋਰਸਿਸ ਨਹੀਂ ਹੈਗੇ, ਪਰ ਫਿਰ ਵੀ ਉਹ ਮਨੁੱਖਤਾ ਦੀ ਸੇਵਾ ਕਰਦੇ ਨੇ। ਤੇ ਜੋ ਅੱਜ ਇਹਨਾਂ ਨੇ ਮੈਸੇਜ ਦਿੱਤਾ ਹੈਗਾ ਕਿ ਇਸ ਵਾਸਤੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਸਿਰਫ ਜ਼ਿਆਦਾ ਮਾਇਆ ਹੀ ਹੋਏ, ਪੈਸੇ ਹੀ ਹੋਣ, ਤਦ ਹੀ ਤੁਸੀਂ ਸਪੋਰਟ ਕਰ ਸਕਦੇ ਹੋ। ਮਨ ਨਾਲ, ਬਚਨ ਨਾਲ ਤੇ ਕਰਮ ਨਾਲ ਜਦੋਂ ਅਸੀਂ ਅਲਾਈਨਮੈਂਟ ਲਿਆਵਾਂਗੇ, ਤੇ ਗੁਰੂ ਦਾ ਸਿਧਾਂਤ ਸਾਨੂੰ ਇਹੀ ਦੱਸਦਾ ਹੈ, ਮਨ ਬਚ ਕਰਮ ਪ੍ਰਭ ਏਕ ਤੇ ਆਏ।
ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਕਰਨਾ ਸਮਾਪਤੀ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਗਿਆ ਜੈ ਸੋਬਰਾਏ, ਜਿਹੜੇ ਕਿ ਰੀਮੈਕਸ ਬਲੂਪ੍ਰਿੰਟ ਰਿਐਲਿਟੀ ਦੇ ਰੀਅਲਟਰ ਨੇ, ਸਰੀ ਕਲੋਵਰਡੇਲ ਤੇ ਫਰੇਜ਼ਰ ਵੈਲੀ ਦੇ ਟਾਪ ਰੀਅਲਟਰ ਨੇ। ਜੇਕਰ ਘਰ ਖਰੀਦਣਾ ਹੈ ਜਾਂ ਵੇਚਣਾ ਹੈ ਤਾਂ ਫਿਰ ਤੁਸੀਂ ਇਹਨਾਂ ਨੂੰ ਯਾਦ ਰੱਖੋ। ਇਹਨਾਂ ਦਾ ਕਹਿਣਾ ਹੈ ਕਿ ਇੰਟੈਗ੍ਰਿਟੀ, ਕਮਿਟਮੈਂਟ ਅਤੇ ਰਿਜ਼ਲਟਸ, ਇਹ ਇਹਨਾਂ ਦਾ ਮੋਟੋ ਹੈਗਾ। 7789947450 ਇਹਨਾਂ ਦਾ ਫੋਨ ਨੰਬਰ ਹੈ। ਇਹਨਾਂ ਦੀ ਈਮੇਲ ਹੈ joe@jaisobrai.ca। ਨਾਲ ਹੀ ਇਹ ਕਹਿੰਦੇ ਨੇ ਕਿ ਜੇਕਰ ਕੋਈ ਇਹਨਾਂ ਦਾ ਕਲਾਇੰਟ ਇਹਨਾਂ ਨੂੰ ਕਾਲ ਕਰਦਾ ਤੇ ਉਹਨਾਂ ਨੂੰ ਵਾਪਸ 24 ਘੰਟੇ ਦੇ ਵਿੱਚ ਕਾਲ ਨਹੀਂ ਕਰਦੇ ਤਾਂ ਇਹ $500 ਉਹਨਾਂ ਨੂੰ ਕੈਸ਼ ਵਿੱਚ ਦੇਣਗੇ। ਸਾਡੇ ਅਗਲੇ ਸਹਿਯੋਗੀ ਹਨ ਐਕਮੀ ਗਲਾਸ, ਕਸਟਮ ਕਲੋਜ਼ਟਸ, ਫਰੇਮਲੈਸ ਗਲਾਸ ਰੇਲਿੰਗ, ਡਿਫਰੈਂਟ ਕਾਈਂਡ ਆਫ ਸ਼ਾਵਰ ਡੋਰਸ, ਮਿਰਰਸ ਅਤੇ ਹੋਰ ਗਲਾਸ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਫੋਨ ਕਰੋ 6045438777 ਦੇ ਉੱਤੇ। ਯੂਨਿਟ ਨੰਬਰ 8335 129 ਸਟਰੀਟ, ਸਰੀ। 604 543 8777 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਅਗਲੇ ਸਹਿਯੋਗੀ ਹਨ ਰੀਕਾ ਮਾਨ ਸਿੰਘ, ਰਜਿਸਟਰਡ ਡਾਈਟੀਸ਼ੀਅਨ ਨੇ, ਆਥਰ ਨੇ ਦੇ ਇੰਪਾਵਰਡ ਡਾਈਟ ਮਾਈਂਡ ਇਕੁਏਸ਼ਨ ਦੇ। 18 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਤੇ ਕਹਿੰਦੇ ਨੇ ਕਿ ਜੇਕਰ ਤੁਸੀਂ ਡਾਇਬਟੀਜ਼, ਮੋਟਾਪਾਪਨ, ਹਾਰਟ ਡਿਜ਼ੀਜ਼ਸ, ਫੂਡ ਐਲਰਜੀਜ਼, ਗੈਸਟ੍ਰੋਇੰਟੈਸਟਾਈਨਲ ਡਿਸਆਰਡਰਸ, ਮੈਂਟਲ ਹੈਲਥ ਇਸ਼ੂਜ਼ ਜਾਂ ਓਵਰਆਲ ਸਿਹਤ ਤੇ ਵੈਲਨੈਸ ਬਾਰੇ ਮੁੱਦਿਆਂ ਨਾਲ ਜੂਝ ਰਹੇ ਹੋ ਤਾਂ ਫਿਰ ਤੁਸੀਂ ਇਹਨਾਂ ਦੀ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਨੂੰ ਸਹੀ ਗਾਈਡੈਂਸ ਦੇਣਗੇ ਕਿ ਕੀ ਤੁਸੀਂ ਖਾਣ ਪੀਣ ਵਿੱਚ ਬਦਲਾਅ ਕਰੋ, ਕੀ ਇੰਟਰੋਡਿਊਸ ਕਰੋ ਤਾਂ ਕਿ ਤੁਸੀਂ ਸਿਹਤਮੰਦ ਰਹਿ ਸਕੋ। ਫੋਨ ਨੰਬਰ ਇਹਨਾਂ ਦਾ 7782405951। ਸੋ ਇਸ ਦੇ ਨਾਲ ਹੀ ਕਰਦਾ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਆਸ ਕਰਨਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੈ। ਜੇਕਰ ਪ੍ਰੋਗਰਾਮ ਪਸੰਦ ਆਉਂਦਾ ਤਾਂ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਇਸ ਮਿਸ਼ਨ ਨੂੰ ਹੋਰ ਅੱਗੇ ਵਧਾ ਸਕੀਏ ਤੇ ਸਾਰੇ ਰਲ ਮਿਲ ਕੇ ਇੱਕ ਚੰਗਾ ਸਮਾਜ ਜੋ ਹੈ ਉਸ ਨੂੰ ਸਿਰਜ ਸਕੀਏ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਦਿਓ ਆ ਗਿਆ। ਹੈਵ ਅ ਸੇਫ ਈਵਨਿੰਗ ਐਂਡ ਸਟੇ ਸੇਫ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼, ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 13042 84 ਐਵਨਿਊ, ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363। My name is Jeevan Bath, and I'd like to tell you why you should purchase your next vehicle from Suki Bath Motors. Suki Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukiBathMotors.com today.